ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ 54। ਉਹ ਲਗਭਗ 1.5 ਘੰਟਾ ਖਪਦੀ ਰਹੀ ਪਰ ਬਾਬਾ ਜੀ ਦਾ ਉਹਨੂੰ ਕੋਈ ਪਤਾ ਨਾ ਲੱਗਾ। ਉਸ ਨੰਬਰ ਦੀ ਕੋਠੀ ਹੈ ਸੀ ਪਰ ਉਹਦੇ ਵਿੱਚ ਇੱਕ ਅੰਗਰੇਜ਼ੀ ਦਵਾਈ ਫਰੋਸ਼ ਦੀ ਦੁਕਾਨ ਤੋਂ ਛੁੱਟ ਹੋਰ ਕੁਝ ਨਹੀਂ ਸੀ। ਦਵਾਈ ਲੈਣ ਦੇ ਬਹਾਨੇ ਉਹ ਦੁਕਾਨ ਅੰਦਰ ਦਾਖਲ ਹੋਈ। ਦੁਕਾਨਦਾਰ ਨੇ ਲੋੜੀਂਦੀ ਚੀਜ਼ ਦਿੱਤੀ, ਪੈਸੇ ਲਏ ਤੇ ਬਸ। ਪੁਸ਼ਪਾ ਨੇ ਉਸ ਪਾਸੋਂ ਪੁੱਛਣਾ ਚਾਹਿਆ ਪਰ ਉਸਦਾ ਹੌਸਲਾ ਨਾ ਪੈ ਸਕਿਆ। ਉਹ ਜਾਣਦੀ ਸੀ ਇਹੋ ਜਿਹੇ ਆਦਮੀਆਂ ਦਾ ਪਤਾ ਟਿਕਾਣਾ ਪੁੱਛਣਾ ਖਤਰਾ ਸਹਿੜਨ ਵਾਲੀ ਗੱਲ ਹੈ। ਰਾਹ ਨਾਲ ਉਸਨੇ ਭੇਤ ਕੱਢਣਾ ਚਾਹਿਆ ਪਰ ਉਸਦੇ ਹੱਥ ਪੱਲੇ ਕੁਝ ਨਾ ਪਿਆ। ਉਹ ਨਿਰਾਸ਼ ਹੋ ਕੇ ਮੁੜ ਪਈ। ਥੋੜੀ ਦੂਰ ਜਾ ਕੇ ਜਿਉਂ ਹੀ ਸੜਕ ਦਾ ਮੋੜ ਮੁੜੀ ਕਿ ਉਸਨੂੰ ਬਾਈਸਾਈਕਲ ਤੇ ਬਾਬਾ ਜੀ ਆਉਂਦੇ ਦਿਸੇ, ਜਿਹੜੇ ਉਸਨੂੰ ਵੇਖਦਿਆਂ ਹੀ ਉੱਤਰ ਖੜੋਤੇ। ਪੁਸ਼ਪਾ ਦਾ ਦਿਲ ਧੜਕਣ ਲੱਗਾ। ਤੁਸੀਂ ਆ ਗਏ ਭਾਰਤ ਪੁੱਤਰੀ, ਕੋਲ ਆ ਕੇ ਸਤਿਕਾਰ ਨਾਲ ਉਸ ਕਿਹਾ। ਪੁਸ਼ਪਾ ਨੇ ਨਮਸਕਾਰ ਕੀਤੀ ਤੇ ਮੁਸਕਰਾਉਂਦੀ ਹੋਈ ਬੋਲੀ, ਮੈਨੂੰ ਬਹੁਤ ਚਿਰ ਹੋ ਗਿਆ ਇਹ ਲੱਭਦੀ ਨੂੰ। ਖਿਮਾ ਕਰਨਾ, ਮੈਂ ਉਸ ਥਾਂ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਿਆ ਕਿਉਂਕਿ ਜ਼ਰੂਰੀ ਕੰਮ ਪੈ ਗਿਆ ਸੀ। ਇਸੇ ਕਰਕੇ ਸਾਈਕਲ ਉੱਤੇ ਨੱਠਾ ਆ ਰਿਹਾ ਸਾਂ ਜੋ ਮਤੇ ਤੁਹਾਨੂੰ ਬਹੁਤਾ ਖਪਣਾ ਨਾ ਪਵੇ। ਆਓ ਚੱਲੀਏ। ਉਸਦੇ ਨਾਲ ਤੁਰਦੀ ਹੋਈ ਪੁਸ਼ਪਾ ਬੋਲੀ, ਪਰ ਤੁਹਾਨੂੰ ਮੇਰੇ ਆਉਣ ਦਾ ਕਿਵੇਂ ਯਕੀਨ ਸੀ? ਮੈਂ ਤਾਂ ਤੁਹਾਡੇ ਨਾਲ ਆਉਣ ਦਾ ਇਕਰਾਰ ਕੋਈ ਨਹੀਂ ਸੀ ਕੀਤਾ। ਤੁਸਾਂ ਠੀਕ ਇਕਰਾਰ ਨਹੀਂ ਸੀ ਕੀਤਾ, ਪਰ ਮੇਰੀ ਜ਼ਿੰਦਗੀ ਦਾ ਤਜਰਬਾ ਮੈਨੂੰ ਇਹੋ ਕੁਝ ਸਿਖਾ ਸਕਿਆ ਹੈ ਕਿ ਮੈਂ ਬਿਨਾਂ ਪੁੱਛਿਆ ਹੀ ਕੇਵਲ ਉਸਦੇ ਚਿਹਰੇ ਨੂੰ ਵੇਖ ਕੇ ਹੀ ਉਸਦਾ ਅੰਦਰਲਾ ਪੜ੍ਹ ਲੈਂਦਾ ਹਾਂ। ਭਰੋਸੇਯੋਗ ਚਿਹਰੇ ਭਾਵੇਂ ਹਜ਼ਾਰਾਂ ਲੱਖਾਂ ਵਿੱਚ ਕੋਈ ਇੱਕ ਹੋਵੇ, ਮੇਰੀਆਂ ਨਜ਼ਰਾਂ ਤੋਂ ਲੁਕਿਆ ਨਹੀਂ ਰਹਿ ਸਕਦਾ। ਪੁਸ਼ਪਾ ਨੂੰ ਬੇਉੜਕ ਖੁਸ਼ੀ ਹੋਈ ਕਿ ਬਾਬਾ ਜੀ ਉਸਦਾ ਇੰਨਾ ਭਰੋਸਾ ਕਰਦੇ ਹਨ। ਇਸ ਵੇਲੇ ਤੀਕੋ ਬਾਜ਼ਾਰ ਨੂੰ ਛੱਡ ਕੇ ਇੱਕ ਗਲੀ ਵਿੱਚ ਜਾ ਪਹੁੰਚੇ ਸਨ। ਕਿੱਧਰ ਜਾ ਰਹੇ ਹਾਂ ਪੁਸ਼ਪਾ ਨੂੰ ਪੁੱਛਣ ਦੀ ਲੋੜ ਨਹੀਂ ਸੀ, ਉਸਦੇ ਅੰਦਰ ਇਤਮਿਨਾਨ ਸੀ। ਤੁਸਾਂ ਉਹ ਕਿਤਾਬ ਪੜ੍ਹੀ ਸੀ? ਕਹਿੰਦਿਆਂ ਬਾਬਾ ਜੀ ਨੇ ਢੂੰਡਵੀਂ ਨਜ਼ਰ ਨਾਲ ਪੁਸ਼ਪਾ ਦੇ ਚਿਹਰੇ ਵੱਲ ਤੱਕਿਆ। ਜੀ ਹਾਂ, ਪੁਸ਼ਪਾ ਦੀ ਆਵਾਜ਼ ਵਿੱਚੋਂ ਉਸਦੇ ਚਿਹਰੇ ਦੀ ਦਮਕ ਵਿੱਚੋਂ ਕਿਤਾਬ ਦਾ ਅਸਰ ਪਿਆ ਲਿਸ਼ਕਦਾ ਸੀ। ਬਾਬਾ ਜੀ ਨੂੰ ਇਸ ਸੰਬੰਧੀ ਕੁਝ ਹੋਰ ਪੁੱਛਣ ਦੀ ਲੋੜ ਨਾ ਰਹੀ। ਗਲੀਆਂ ਦੇ ਕੁਝ ਮੋੜ ਮੁੜਨ ਤੋਂ ਬਾਅਦ ਉਹ ਇੱਕ ਵੱਡੇ ਸਾਰੇ ਮਕਾਨ ਅੱਗੇ ਆ ਪਹੁੰਚੇ ਤੇ ਅੱਗੜ ਪਿੱਛੜ ਪੌੜੀਆਂ ਚੜ੍ਹਨ ਲੱਗੇ। ਮਕਾਨ ਦੀ ਤੀਜੀ ਮੰਜ਼ਲ ਪਹੁੰਚ ਕੇ ਪੁਸ਼ਪਾ ਬਾਬਾ ਜੀ ਸਣੇ ਇੱਕ ਕਮਰੇ ਵਿੱਚ ਦਾਖਲ ਹੋਈ। ਕਮਰਾ ਬਹੁਤ ਵੱਡਾ ਨਹੀਂ ਸੀ ਪਰ ਸਜਿਆ ਹੋਇਆ ਸੀ। ਉਸ ਦੀਆਂ 3 ਬਾਰੀਆਂ ਗਲੀ ਵੱਲ ਖੁੱਲਦੀਆਂ ਸਨ ਤੇ ਸੱਜੇ ਖੱਬੇ 2 ਆਦਮਕਦ ਸ਼ੀਸ਼ੇ ਰੋਗਨੀ ਫਰੇਮਾਂ ਵਿੱਚ ਜੜੇ ਹੋਏ ਸਨ। ਇੱਕ ਪਾਸੇ ਸ਼ੀਸ਼ੇ ਤੋਂ ਜਰਾ ਵਿੱਥ ਤੇ ਇੱਕ ਸੋਫਾ ਤੇ ਉਸਦੇ ਲਾਗੇ 2 ਕਾਊਚ ਰੱਖੇ ਹੋਏ ਸਨ। ਇਹਨਾਂ ਦੇ ਸਾਹਮਣੇ ਕਰਕੇ ਇੱਕ ਮੇਜ਼ ਤੇ ਉਸਦੇ ਅੱਗੇ 2 ਕੁਰਸੀਆਂ ਸਨ। ਛੱਤ ਨਾਲ 60 ਵਾਟ ਦਾ ਬਲਬ ਜਗ ਰਿਹਾ ਸੀ, ਜਿਸ ਦਾ ਚਾਨਣ ਫਰਸ਼ ਉੱਤੇ ਉਪਰੋਕਤ ਸਮਾਨ ਉੱਤੇ ਪੈ ਰਿਹਾ ਸੀ। ਪੁਸ਼ਪਾ ਨੂੰ ਇਸ ਕਮਰੇ ਵਿੱਚ ਆ ਕੇ ਇੱਕ ਖਾਸ ਤਰ੍ਹਾਂ ਦੇ ਸੁੱਖ ਦਾ ਅਨੁਭਵ ਹੋਇਆ। ਬਾਬਾ ਜੀ ਦਾ ਇਸ਼ਾਰਾ ਪਾ ਕੇ ਉਹ ਸੋਫੇ ਤੇ ਬੈਠ ਗਈ। ਕੁਰਸੀ ਖਿੱਚ ਕੇ ਉਸਦੇ ਸਾਹਮਣੇ ਬੈਠਦੇ ਹੋਏ ਬਾਬਾ ਜੀ ਬੋਲੇ, ਭਾਰਤ ਪੁੱਤਰੀ, ਤੁਸਾਂ ਮੈਨੂੰ ਕੱਲ ਪਹਿਲੀ ਵੇਰਾਂ ਦੇਖਿਆ ਸੀ ਪਰ ਮੈਂ ਤੁਹਾਡੇ ਕੰਮਾਂ ਨੂੰ ਬਹੁਤ ਚਿਰ ਤੋਂ ਵੇਖਦਾ ਆ ਰਿਹਾ ਹਾਂ। ਤੁਹਾਡੇ ਅੰਦਰ ਇੱਕ ਲਗਨ ਹੈ, ਇੱਕ ਤੜਪ ਹੈ। ਮੈਂ ਇਸ ਨੂੰ ਬੜੇ ਗੌਰ ਨਾਲ ਨੋਟ ਕਰ ਰਿਹਾ ਸਾਂ। ਕਈ ਵਾਰੀ ਸਲਾਹ ਵੀ ਹੋਈ ਕਿ ਕਦੇ ਇਕਾਂਤ ਵਿੱਚ ਤੁਹਾਨੂੰ ਮਿਲਾਂ, ਪਰ ਤੁਹਾਡੇ ਭਰਾਤਾ ਜੀ ਦੀ ਹੋਂਦ ਮੇਰੇ ਰਸਤੇ ਵਿੱਚ ਰੁਕਾਵਟ ਸੀ ਕਿਉਂਕਿ ਉਹ ਪੁਲਿਸ ਕਰਮਚਾਰੀ ਹਨ। ਪੁਸ਼ਪਾ ਨੇ ਹੈਰਾਨੀ ਨਾਲ ਪੁੱਛਿਆ ਕਿ ਮੇਰੇ ਵੀਰਾ ਜੀ ਤੁਹਾਨੂੰ ਜਾਣਦੇ ਨੇ? ਉਹ ਮੈਨੂੰ ਨਹੀਂ ਜਾਣਦੇ ਪਰ ਮੈਂ ਤਾਂ ਉਹਨਾਂ ਨੂੰ ਜਾਣਦਾ ਹਾਂ। ਇਸੇ ਲਈ ਮੇਰੇ ਦਿਲ ਵਿੱਚ ਇੱਕ ਸ਼ੰਕਾ ਸੀ ਕਿ ਇਹ ਪੁਲਿਸ ਕਰਮਚਾਰੀ ਦੀ ਹਮਸ਼ੀਰਾ ਉੱਤੇ ਭਰੋਸਾ ਕਰਨਾ ਖਬਰੇ ਠੀਕ ਹੋਵੇ ਕਿ ਨਾ। ਤੇ ਹੁਣ ਤੁਸੀਂ ਮੇਰੇ ਭਰੋਸੇ ਦੀ ਕਿਸੇ ਹੱਦ ਤੱਕ ਪਾਤਰ ਹੋ। ਕਿਸੇ ਹੱਦ ਤੱਕ? ਪੁਸ਼ਪਾ ਸੋਚਣ ਲੱਗੀ ਕਿ ਹਜੇ ਇਹ ਕਿਸੇ ਹੱਦ ਤੱਕ ਦੀ ਗੁੰਜਾਇਸ਼ ਬਾਕੀ ਹੈ। ਉਸਦੇ ਦਿਲ ਦੀ ਗੱਲ ਨੂੰ ਸਮਝਦੇ ਹੋਏ ਬਾਬਾ ਜੀ ਬੋਲੇ, ਹਾਂ, ਕਿਸੇ ਹੱਦ ਤੱਕ। ਪਰ ਤੁਹਾਨੂੰ ਹੈਰਾਨ ਜਾਂ ਨਿਰਾਸ਼ ਹੋਣ ਦੀ ਲੋੜ ਨਹੀਂ। ਕੇਵਲ ਆਪਣੇ ਦਿਲ ਪਾਸੋਂ ਇੱਕੋ ਗੱਲ ਪੁੱਛ ਵੇਖੋ ਕਿ ਤੁਹਾਡੀ ਇਸ ਵੇਲੇ ਦੀ ਦ੍ਰਿੜਤਾ ਹਮੇਸ਼ਾ ਕਾਇਮ ਰਹੇਗੀ, ਜਿਸ ਨੂੰ ਡੁਲਾਉਣ ਲਈ ਤੁਹਾਡੇ ਰਸਤੇ ਵਿੱਚ ਹਜੇ ਕਈ ਦੁਸ਼ਮਣ ਬੈਠੇ ਨੇ। ਦੁਸ਼ਮਣ? ਪੁਸ਼ਪਾ ਚਮਕ ਕੇ ਬੋਲੀ, ਬਾਬਾ ਜੀ, ਕੋਈ ਦੁਸ਼ਮਣ ਮੇਰੀ ਦ੍ਰਿੜਤਾ ਨੂੰ ਹਿਲਾ ਡੁਲਾ ਨਹੀਂ ਸਕਦਾ। ਮੇਰਾ ਮਤਲਬ ਮਨੁੱਖ ਦੁਸ਼ਮਣਾਂ ਤੋਂ ਨਹੀਂ ਭਾਰਤ ਪੁੱਤਰੀ, ਤਾਂ ਹੋਰ ਲਾਲਚ, ਵਾਸ਼ਨਾ, ਮੋਹ, ਡਰ। ਮੈਂ ਦੇਸ਼ ਸੇਵਾ ਦੇ ਨਾਂ ਤੇ ਇਹਨਾਂ ਸਭਨਾਂ ਨਾਲ ਘੁਲ ਸਕਾਂਗੀ ਤੇ ਘੁਲ ਕੇ ਇਹਨਾਂ ਨੂੰ ਪਛਾੜ ਵੀ ਸਕਾਂਗੀ। ਇਹ ਮੇਰਾ ਦਿਲ ਕਹਿੰਦਾ ਹੈ ਬਾਬਾ ਜੀ। ਪੁਸ਼ਪਾ ਦੀ ਗੱਲ ਦਾ ਜਿਵੇਂ ਬਾਬਾ ਜੀ ਉੱਤੇ ਕੁਝ ਵੀ ਅਸਰ ਨਾ ਹੋਇਆ। ਉਹ ਵੀ ਸਮਝ ਰਹੀ ਸੀ ਕਿ ਉਹਦੀਆਂ ਗੱਲਾਂ ਨਾਲ ਬਾਬਾ ਜੀ ਭਤੀਜੇ ਨਹੀਂ। ਤੈਸ਼ ਵਿੱਚ ਚਮਕ ਕੇ ਬੋਲੀ, ਮੈਂ ਬਲਦੀ ਅੱਗ ਵਿੱਚ ਛਾਲ ਮਾਰਨ ਨੂੰ, ਵਰਦੀਆਂ ਗੋਲੀਆਂ ਅੱਗੇ ਛਾਤੀ ਤਾਣਨ ਨੂੰ ਤਿਆਰ ਹਾਂ। ਮੇਰੀਆਂ ਗੱਲਾਂ ਨੂੰ ਸਮਾਂ ਸਾਬਿਤ ਕਰੇਗਾ। ਮੈਨੂੰ ਭਾਰਤ ਮਾਤਾ ਦੀ ਇਸ ਸਪੁੱਤਰੀ ਤੋਂ ਇਹੋ ਆਸ ਰੱਖਣੀ ਚਾਹੀਦੀ ਹੈ। ਪਰ
ਉਹ ਸੋਚਣ ਲੱਗੀ, ਇਹ ਪਰ ਹਜੇ ਵੀ ਇਹਨਾਂ ਦੇ ਦਿਲ ਵਿੱਚ ਬਾਕੀ ਹੈ। ਇੰਨੇ ਨੂੰ ਬਾਬਾ ਜੀ ਨੇ ਆਪਣੀ ਅਧੂਰੀ ਗੱਲ ਨੂੰ ਪੂਰੀਆਂ ਕੀਤਾ, ਪਰ ਜੇ ਇਮਤਿਹਾਨ ਵਿੱਚੋਂ ਪਾਸ ਹੋ ਜਾਓ, ਮੇਰਾ ਇਮਤਿਹਾਨ ਕਿਸੇ ਵੇਲੇ ਵੀ ਲਿਆ ਜਾ ਸਕਦਾ ਹੈ। ਅੱਜ ਤੋਂ ਮੇਰਾ ਸਰਬੰਸ ਭਾਰਤ ਮਾਤਾ ਲਈ ਹੈ, ਪੁਸ਼ਪਾ ਨੇ ਸਾਬਤ ਕਦਮੀ ਨਾਲ ਕਿਹਾ। ਪਰ ਪੁੱਤਰੀ, ਇਸ ਝਟਪਟ ਮੂੰਹੋਂ ਨਿਕਲੇ ਸਰਬੰਸ ਸ਼ਬਦ ਦੇ ਅਰਥ ਨੂੰ ਕੀ ਤੁਸੀਂ ਚੰਗੀ ਤਰ੍ਹਾਂ ਵਿਚਾਰ ਲਿਆ ਹੈ? ਸਰਬੰਸ ਵਿੱਚ ਤਾਂ ਬਹੁਤ ਕੁਝ ਆ ਜਾਂਦਾ ਹੈ। ਖਿਮਾ ਕਰਨਾ, ਤੁਸੀਂ ਠੀਕ ਅਰਥ ਨਹੀਂ ਕਰ ਰਹੇ ਬਾਬਾ ਜੀ। ਪੁਸ਼ਪਾ ਨੇ ਫੌਲਾਦੀ ਦ੍ਰਿੜਤਾ ਨਾਲ ਕਿਹਾ, ਬਹੁਤ ਕੁਝ ਨਹੀਂ, ਸਰਬੰਸ ਦਾ ਅਰਥ ਹੈ ਸਭ ਕੁਝ। ਇਹ ਸੁਣ ਕੇ ਬਾਬਾ ਜੀ ਇਤਨੇ ਪ੍ਰਭਾਵਿਤ ਹੋਏ ਜਿਵੇਂ ਉਸ ਸੱਚਮੁੱਚ ਆਪਣੇ ਸਾਹਮਣੇ ਚੰਡਕਾ ਦੇਵੀ ਨੂੰ ਦੇਖ ਰਹੇ ਸਨ। ਉਹ ਹੈਰਾਨ ਸਨ ਕਿ ਜੋ ਕੁਝ ਉਹ ਪੁਸ਼ਪਾ ਨੂੰ ਕਹਿਣਾ ਚਾਹੁੰਦੇ ਸਨ, ਉਦੋਂ ਬਹੁਤਾ ਕੁਝ ਪੁਸ਼ਪਾ ਦੇ ਅੰਦਰ ਅੱਗੇ ਹੀ ਮੌਜੂਦ ਹੈ। ਮੈਨੂੰ ਖਿਮਾ ਕਰੋ ਭਾਰਤ ਪੁੱਤਰੀ, ਬਾਬਾ ਜੀ ਨੇ ਉਸ ਦੀਆਂ ਬੀਰ ਰਸ ਉਛਲਦੀਆਂ ਅੱਖਾਂ ਵਿੱਚ ਤੱਕਦਿਆਂ ਕਿਹਾ। ਮੈਂ ਤੁਹਾਨੂੰ ਬਹੁਤ ਕੁਝ ਕਹਿ ਗਿਆ ਹਾਂ, ਪਰ ਤੁਸੀਂ ਕੀ ਜਾਣਦੇ ਹੋ ਦੇਸ਼ ਦੀ ਗੁਲਾਮੀ ਦੂਰ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਮੈਂ ਜੋ ਕੁਝ ਜਾਣਦੀ ਹਾਂ ਉਹ ਸਾਰਾ ਗਲਤ ਸਾਬਿਤ ਹੋ ਚੁੱਕਾ ਹੈ, ਤੇ ਜੋ ਨਹੀਂ ਜਾਣਦੀ ਉਹ ਤੁਹਾਡੇ ਪਾਸੋਂ ਜਾਣਨਾ ਚਾਹੁੰਦੀ ਹਾਂ। ਤਾਂ ਆਓ ਉਰੇ, ਕਹਿ ਕੇ ਬਾਬਾ ਜੀ ਉੱਠ ਖਲੋਤੇ ਤੇ ਪੁਸ਼ਪਾ ਵੀ। ਕੰਧ ਨਾ ਲੱਗੇ ਉਸ ਆਦਮਕਦ ਸ਼ੀਸ਼ੇ ਪਾਸ ਜਾ ਕੇ ਬਾਬਾ ਜੀ ਨੇ ਉਸਦੇ ਹੇਠਲੇ ਸਿਰੇ ਵੱਲ ਲੱਗੀ ਹੋਈ ਇੱਕ ਚਿਟਕਣੀ ਪੁਆਈ, ਜਿਸ ਨਾਲ ਉਹ ਸ਼ੀਸ਼ਾ ਆਪਣੀ ਥਾਂ ਤੋਂ ਅਲਮਾਰੀ ਦੇ ਢੱਕਣ ਵਾਂਗ ਹਟਣ ਲੱਗਾ। ਪੁਸ਼ਪਾ ਨੇ ਵੇਖਿਆ ਉਸਦੇ ਪਿੱਛੇ ਇੱਕ 3 ਖਾਨਿਆਂ ਵਾਲੀ ਅਲਮਾਰੀ ਸੀ ਤੇ ਇਸ ਦੇ ਵਿੱਚ ਉਸਨੇ ਜੋ ਕੁਝ ਵੇਖਿਆ ਵੇਖ ਕੇ ਹੱਕੀ ਬੱਕੀ ਰਹਿ ਗਈ। ਕਈ ਦਰਜਨਾਂ ਪਿਸਤੌਲ ਉਸ ਵਿੱਚ ਚਿਣੇ ਹੋਏ ਸਨ ਤੇ 3 ਲੱਕੜ ਦੇ ਬਿਨਾਂ ਢੱਕਣੇ ਖੋਖੇ ਅਨਾਜ ਵਾਂਗ ਕਾਰਤੂਸਾਂ ਨਾਲ ਭਰੇ ਹੋਏ ਸਨ। ਉਸਨੂੰ ਕੁਝ ਹੈਰਾਨੀ ਤੇ ਕੁਝ ਸਹਿਮ ਵੀ ਹੋਇਆ, ਪਰ ਝਟਪਟ ਆਪਣੇ ਆਪ ਨੂੰ ਸੰਭਾਲਦੀ ਹੋਈ ਲਾਪਰਵਾਹੀ ਨਾਲ ਬਾਬਾ ਜੀ ਨੂੰ ਕਹਿਣ ਲੱਗੀ, ਬੇਸ਼ੱਕ ਮੈਨੂੰ ਨਿਸ਼ਚੈ ਹੈ ਕਿ ਦੇਸ਼ ਦੀ ਗੁਲਾਮੀ ਨੂੰ ਦੂਰ ਕਰਨ ਦਾ ਇਹੋ ਸਭ ਤੋਂ ਚੰਗਾ ਸਾਧਨ ਹੈ। ਭਾਰਤ ਪੁੱਤਰੀ, ਬਾਬਾ ਜੀ ਨੇ ਨਿਰਭੈਤਾ ਨਾਲ ਉਹਦੀ ਵੱਲ ਤੱਕ ਕੇ ਕਿਹਾ, ਤੇ ਇਹ ਸਭ ਚੀਜ਼ਾਂ ਤੁਹਾਡੇ ਹੀ ਵਰਤਣ ਲਈ ਹਨ। ਮੈਂ ਵਰਤਾਂਗੀ? ਮੈਂ ਇਹਨਾਂ ਨੂੰ ਵਰਤਾਂਗੀ? ਕਹਿਣ ਦੇ ਨਾਲ ਨਾਲ ਉਸਦਾ ਦਿਲ ਧੱਕ ਪਿਆ ਕਰਦਾ ਸੀ। ਆਪਣੇ ਅੰਦਰ ਉਹਨੂੰ ਕੰਬਣੀ ਜਿਹੀ ਛਿੜ ਗਈ ਜਾਪਦੀ ਸੀ। ਉਧਰ ਬਾਬਾ ਜੀ ਦੀਆਂ ਤਜਰਬੇ ਭਰੀਆਂ ਅੱਖਾਂ ਤੋਂ ਉਸਦੀ ਇਹ ਹਾਲਤ ਲੁਕੀ ਨਾ ਰਹਿ ਸਕੀ। ਇਹਨਾਂ ਚੀਜ਼ਾਂ ਨੂੰ ਵੇਖਣ ਨਾਲ ਪਹਿਲ ਦਿਲ ਦੀ ਇਸ ਤਰ੍ਹਾਂ ਹਾਲਤ ਹੋਇਆ ਕਰਦੀ ਹੈ। ਬਾਬਾ ਜੀ ਨੇ ਆਸ ਬਣਾਉ ਨਜ਼ਰ ਨਾਲ ਉਸ ਵੱਲ ਤੱਕਦਿਆਂ ਹੋਇਆ ਕਿਹਾ, ਪੁੱਤਰੀ ਜੀ, ਇਹ ਕਮਜ਼ੋਰੀ ਨਹੀਂ, ਨਵੇਂ ਪੰਧ ਪੈਣ ਵੇਲੇ ਦੀ ਉਤੇਜਨਾ ਹੈ। ਇਹ ਅਜਬ ਅੰਤਰਯਾਮੀ ਹੈ। ਪੁਸ਼ਪਾ ਦਿਲ ਵਿੱਚ ਸੋਚਣ ਲੱਗੀ, ਕਿਸ ਤਰ੍ਹਾਂ ਨਾਲੋਂ ਨਾਲ ਮੇਰੇ ਦਿਲ ਦਾ ਮਜ਼ਬੂਨ ਪੜਦਾ ਜਾਂਦਾ ਹੈ। ਭਾਰਤ ਪੁੱਤਰੀ, ਬਾਬਾ ਜੀ ਨੇ ਮਿੱਠੀ ਜਿਹੀ ਮੁਸਕਰਾਹਟ ਵਿੱਚ ਕਿਹਾ, ਇਹਨਾਂ ਦੇ ਵੇਖਣ ਵਿੱਚ ਸਵਾਦ ਨਹੀਂ ਜਿੰਨਾ ਇਹਨਾਂ ਦੇ ਵਰਤਨ ਵਿੱਚ ਹੈ। ਮੈਂ ਸਭ ਕਰਾਂਗੀ। ਘਬਰਾਹਟ ਭਰੇ ਕਾਲੇ ਸਾਹ ਲੈਂਦਿਆਂ ਪੁਸ਼ਪਾ ਨੇ ਦੁਹਰਾਇਆ, ਮੈਂ ਇਹ ਸਭ ਕੁਝ ਕਰਾਂਗੀ। ਤਾਂ ਮੈਂ ਕੀ ਇਹ ਸਮਝਾਂ ਕਿ ਭਾਰਤ ਪੁੱਤਰੀ ਇਸ ਪ੍ਰਣ ਪੱਤਰ ਭਰਨ ਨੂੰ ਤਿਆਰ ਹੈ? ਪ੍ਰਣ ਪੱਤਰ? ਉਸਨੇ ਚਮਕਦੀਆਂ ਅੱਖਾਂ ਨਾਲ ਬਾਬਾ ਜੀ ਵੱਲ ਤੱਕ ਕੇ ਕਿਹਾ, ਕੋਈ ਪ੍ਰਣ ਪੱਤਰ ਵੀ ਭਰਨਾ ਹੋਵੇਗਾ? ਜੀ ਹਾਂ, ਕਹਿੰਦਿਆਂ ਬਾਬਾ ਜੀ ਨੇ ਖੀਸੇ ਵਿੱਚੋਂ ਇੱਕ ਅੰਗਰੇਜ਼ੀ ਵਿੱਚ ਟਾਈਪ ਕੀਤਾ ਹੋਇਆ ਕਾਗਜ਼ ਕੱਢ ਕੇ ਮੇਜ਼ ਤੇ ਰੱਖ ਦਿੱਤਾ ਤੇ ਪੁਸ਼ਪਾ ਨੂੰ ਕੁਰਸੀ ਤੇ ਬੈਠ ਕੇ ਪੜ੍ਹਨ ਦਾ ਇਸ਼ਾਰਾ ਕੀਤਾ। ਪੁਸ਼ਪਾ ਨੇ ਪੜ੍ਹਿਆ। ਲਿਖਿਆ ਸੀ, ਨੰਬਰ 1, ਭਾਰਤ ਨੂੰ ਆਜ਼ਾਦ ਕਰਾਉਣ ਲਈ ਮੈਂ ਅੱਜ ਤੋਂ ਆਪਣਾ ਤਨ ਮਨ ਧਨ ਅਰਪਣ ਕਰਦਾ ਹਾਂ। ਦੂਸਰਾ, ਜਿਸ ਵੇਲੇ ਤੇ ਜਿਸ ਕੰਮ ਲਈ ਮੇਰੀ ਡਿਊਟੀ ਲਾਈ ਜਾਵੇ, ਬਿਨਾਂ ਹੀਲ ਹੁਜਤ ਉਸ ਕੰਮ ਨੂੰ ਕਰਾਂਗਾ, ਭਾਵੇਂ ਉਸ ਲਈ ਮੇਰੀ ਜਾਨ, ਮੇਰਾ ਮਾਲ, ਘਰ-ਬਾਰ, ਸਾਕ ਸੰਬੰਧੀ ਸਭ ਕੁਝ ਖਤਰੇ ਵਿੱਚ ਕਿਉਂ ਨਾ ਪੈ ਜਾਵੇ। ਤੀਸਰਾ, ਮੇਰੇ ਲੀਡਰ ਨੂੰ ਅਧਿਕਾਰ ਹੈ ਕਿ ਉਸ ਨੂੰ ਜਦੋਂ ਵੀ ਮੇਰੀ ਅਣਗਹਿਲੀ, ਆਲਸ ਜਾਂ ਮੇਰੇ ਵਿਸ਼ਵਾਸਘਾਤ ਬਾਰੇ ਸ਼ੱਕ ਹੋਵੇ, ਬਿਨਾਂ 1 ਮਿੰਟ ਦੇਰ ਕੀਤੇ ਤੇ ਬਿਨਾਂ ਮੈਥੋਂ ਕੋਈ ਜਵਾਬ ਤਲਬ ਕੀਤੇ ਮੈਨੂੰ ਗੋਲੀ ਨਾਲ ਉਡਾ ਦੇਵੇ। ਚੌਥਾ, ਇਸ ਪਾਰਟੀ ਦੇ ਨਿਯਮਾਂ ਅਨੁਸਾਰ ਮੈਂ ਸਦਾ ਲਈ ਵਿਆਹ ਨਾ ਕਰਾਉਣ ਦਾ ਪ੍ਰਣ ਕਰਦਾ ਹਾਂ। ਫਾਰਮ ਦੀਆਂ ਪਹਿਲੀਆਂ 3 ਸ਼ਰਤਾਂ ਨੂੰ ਤਾਂ ਪੁਸ਼ਪਾ ਨੇ ਧੀਰਜ ਤੇ ਹੌਸਲੇ ਨਾਲ ਪੜ੍ਹਿਆ, ਪਰ ਜਿਉਂ ਹੀ ਉਸਨੇ ਚੌਥਾ ਅੰਕ ਪੜ੍ਹਿਆ, ਉਸਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਅੰਦਰਲੇ ਨੂੰ ਡੋਬੂ ਪੈਣ ਲੱਗੇ। ਇੱਕ ਪਲ ਲਈ ਮਨ ਉਸਦੇ ਦਿਲ ਨੂੰ ਕਿਸੇ ਨੇ ਚੱਕੀ ਦੇ 2 ਪੁੜਾਂ ਵਿੱਚ ਦੇ ਕੇ ਪੀ ਸੁੱਟਿਆ, ਪਰ ਦੂਜੇ ਹੀ ਪਲ ਅੰਦਰ ਨਵਾਂ ਬਲ ਤੇ ਤਿਆਗ ਦੀ ਕੋਈ ਅਗੰਮੀ ਤਾਕਤ ਮਹਿਸੂਸ ਹੋਣ ਲੱਗੀ। ਦਿਲ ਨੂੰ ਪੱਥਰ ਕਰਕੇ ਤੇ ਹਿਰਦੇ ਵਿੱਚ ਉਛਲ ਰਹੀਆਂ ਲਹਿਰਾਂ ਨੂੰ ਤਿਆਗ ਦੀਆਂ ਬਾਹਾਂ ਨਾਲ ਤਰ ਕੇ ਉਸਨੇ ਕਾਗਜ਼ ਤੋਂ ਨਜ਼ਰ ਚੁੱਕੀ ਤੇ ਕਲਮ ਦੁਆਤ ਲਈ ਮੇਜ਼ ਵੱਲ ਤੱਕੀ, ਪਰ ਕਲਮ ਦੁਆਤ ਉੱਥੇ ਨਹੀਂ ਸੀ। ਉਸਦਾ ਆਪਣਾ ਪੈਨ ਵੀ ਇਸ ਵੇਲੇ ਕੋਲ ਨਹੀਂ ਸੀ। ਕਾਲੀ ਵਿੱਚ ਘਰ ਹੀ ਭੁੱਲ ਆਈ ਸੀ। ਬਾਬੇ ਹੋਰਾਂ ਵੱਲ ਤੱਕ ਕੇ ਬੋਲੀ, ਦਿਓ ਕਲਮ। ਬਾਬਾ ਜੀ ਦੀਆਂ ਖੋਜੀ ਅੱਖਾਂ ਨੇ ਉਸਦੇ ਚਿਹਰੇ ਤੋਂ ਜੋ ਕੁਝ ਪੜ੍ਹਿਆ ਉਸਦੇ ਆਧਾਰ ਤੇ ਬੋਲੇ, ਪੁੱਤਰੀ, ਹਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਹਜੇ ਵੀ ਭਾਰਤ ਪੁੱਤਰੀ ਤੋਂ ਤੂੰ ਮੁੜ ਪੁਸ਼ਪਾਵਤੀ ਬਣ ਸਕਦੀ ਹੈ। ਹਜੇ ਤੈਨੂੰ ਖੁੱਲ੍ਹ ਹੈ।
ਜੇ ਸੰਸਾਰਕ ਵਾਸ਼ਨਾਵਾਂ ਤੋਂ ਪਿੱਛਾ ਛੁਡਾਣਾ ਤੈਨੂੰ ਇਤਨਾ ਹੀ ਮੁਸ਼ਕਿਲ ਜਾਪਦਾ ਹੈ, ਜੇ ਕਿਸੇ ਦੇ ਪ੍ਰਣ ਦੀ ਜੰਜੀਰ ਨੇ ਤੇਰੀ ਆਤਮਾ ਨੂੰ ਬੰਨ ਰੱਖਿਆ ਹੈ, ਤਾਂ ਜਾਣ ਦੇ ਇਸ ਵਬਾਲ ਨੂੰ ਤੇ ਜਾ ਆਪਣੇ ਪ੍ਰਣ ਨੂੰ ਤੋੜ ਚੜਾ। ਓ ਬਾਬਾ ਜੀ, ਪੂਜ ਪਿਤਾ। ਪੁਸ਼ਪਾ ਬ੍ਰਿਧ ਦੇ ਪੈਰਾਂ ਤੇ ਡਿੱਗ ਪਈ। ਮੈਨੂੰ ਧੱਕਾ ਨਾ ਦਿਓ, ਮੈਨੂੰ ਵਾਂਝੀ ਨਾ ਰੱਖੋ, ਮੈਨੂੰ ਬਲ ਦਿਓ, ਮੈਨੂੰ ਆਸ਼ੀਰਵਾਦ ਦਿਓ, ਮੇਰੀ ਮਦਦ ਕਰੋ, ਮੈਂ ਸਭ ਕੁਝ ਸਹਿ ਲਵਾਂਗੀ। ਮੇਰੀਆਂ ਕਮਜ਼ੋਰੀਆਂ ਆਰਜੀ ਨੇ, ਮੈਂ ਇਸ ਦਿਲ ਦੀ ਬੋਟੀ ਨੂੰ ਸੀਨੇ ਚੋਂ ਖਿੱਚ ਸੁੱਟਾਂਗੀ ਜੇ ਫੜਕ ਨੂੰ ਨਾ ਟਲਿਆ। ਮੈਂ ਉਸ ਪ੍ਰਣ ਨੂੰ ਚੀਨਾ ਚੀਨਾ ਕਰ ਸੁੱਟਾਂਗੀ ਜੇ ਇਸਨੇ ਮੇਰੇ ਰਸਤੇ ਵਿੱਚ ਰੋਕ ਪਾਈ। ਮੈਂ ਇਸ ਸਰੀਰ ਨੂੰ ਆਪਣੇ ਹੱਥੀਂ ਰਿਵਾਲਵਰ ਦਾ ਨਿਸ਼ਾਨਾ ਬਣਾਵਾਂਗੀ ਜੋ ਕਾਮਨਾਵਾਂ ਤੋਂ ਇਹ ਪਾਕ ਨਾ ਹੋ ਸਕਿਆ। ਬਾਬਾ ਜੀ ਨੇ ਦੋਹਾਂ ਹੱਥਾਂ ਤੋਂ ਫੜ ਕੇ ਉਸ ਨੂੰ ਪੈਰਾਂ ਤੋਂ ਉਠਾਇਆ ਤੇ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਬੋਲੇ, ਬੇਟੀ ਸਾਵਧਾਨ ਹੋ, ਤੂੰ ਕਮਜ਼ੋਰ ਨਹੀਂ, ਤੂੰ ਉਹ ਮਹਾਨ ਜੋਤ ਹੈ ਜਿਸਨੇ ਭਾਰਤ ਨੂੰ ਉਜਾਲਾ ਦੇਣਾ ਹੈ। ਤੇਰੀ ਇਸ ਵੇਲੇ ਵੀ ਮਾਨਸਿਕ ਕਮਜ਼ੋਰੀ ਸਥਾਈ ਨਹੀਂ ਸੀ। ਤਿਆਗ ਦੇ ਸਾਮਰਾਜ ਵਿੱਚੋਂ ਨਿਕਲ ਚੱਲੀਆਂ ਵਾਸ਼ਨਾਵਾਂ ਦਾ ਇਹ ਆਖਰੀ ਹੱਲਾ ਸੀ ਜੋ ਹੋ ਚੁੱਕਾ ਹੈ ਤੇ ਹੋ ਕੇ ਨਾਕਾਮ ਰਹਿ ਚੁੱਕਾ ਹੈ। ਬਸ ਹੁਣ ਤੂੰ ਅਮਰ ਹੈ, ਤੂੰ ਅਟਲ ਹੈ। ਬਾਬਾ ਜੀ ਦੇ ਵਾਕਾਂ ਨੇ ਸੱਚਮੁੱਚ ਪੁਸ਼ਪਾ ਨੂੰ ਦ੍ਰਿੜਤਾ ਦੀ ਮੂਰਤ ਬਣਾ ਦਿੱਤਾ। ਉਹ ਫਿਰ ਕੁਰਸੀ ਤੇ ਬੈਠ ਗਈ। ਇਸ ਵੇਲੇ ਮਾਨੋ ਸਾਰੀ ਦੁਨੀਆ ਨੂੰ ਜਿੱਤਣ ਦੀ ਤਾਕਤ ਉਸ ਵਿੱਚ ਮੌਜੂਦ ਸੀ। ਆਪਣੇ ਅੰਦਰ ਇੱਕ ਨਵੇਂ ਬਲ ਦਾ ਹੜ ਆ ਰਿਹਾ ਮਹਿਸੂਸ ਕਰਦਿਆਂ ਹੋਇਆ ਉਸਨੇ ਫਿਰ ਆਪਣੀ ਗੱਲ ਨੂੰ ਦੁਹਰਾਇਆ, ਦਿਓ ਕਲਮ, ਐ ਲਓ। ਕਹਿੰਦਿਆਂ ਬਾਬਾ ਜੀ ਨੇ ਇੱਕ ਸੁੱਕ ਜਿਹੀ ਕਟਾਰ ਮੇਜ਼ ਦੇ ਖਾਨੇ ਵਿੱਚੋਂ ਕੱਢ ਕੇ ਪੁਸ਼ਪਾ ਦੇ ਹੱਥ ਵਿੱਚ ਫੜਾ ਦਿੱਤੀ, ਜਿਹੜੀ ਬਿਜਲੀ ਦੇ ਚਾਨਣ ਵਿੱਚ ਚਮਕ ਉੱਠੀ। ਇਸ ਅਨੋਖੀ ਕਲਮ ਨੂੰ ਫੜ ਕੇ ਨਾਲ ਹੀ ਬਾਬਾ ਜੀ ਦੇ ਮਤਲਬ ਨੂੰ ਸਮਝ ਕੇ ਪੁਸ਼ਪਾ ਨੇ ਉਸ ਦੀ ਧਾਰ ਉੱਤੇ ਉਂਗਲ ਫੇਰੀ। ਉਸਤਰੇ ਵਰਗੀ ਤੇਜ ਸੀ। ਇਸ ਤੋਂ ਪਹਿਲਾਂ ਹੀ ਕਿ ਬਾਬਾ ਜੀ ਇਸ ਨਵੀਂ ਕਿਸਮ ਦੀ ਕਲਮ ਦਾ ਮਨੋਰਥ ਦੱਸਦੇ, ਪੁਸ਼ਪਾ ਨੇ ਸੱਜੇ ਹੱਥ ਵਿੱਚ ਫੜੀ ਹੋਈ ਕਟਾਰ ਦੀ ਨੋਕ ਆਪਣੀ ਖੱਬੀ ਕਲਾਈ ਵਿੱਚ ਖੋਭ ਦਿੱਤੀ। ਲਹੂ ਦੀ ਤਤੀਰੀ ਵਹਿ ਪਈ। ਬਾਬਾ ਜੀ ਅੱਖਾਂ ਟੱਡੀ ਇਹ ਸਭ ਦੇਖ ਰਹੇ ਸਨ। ਪੁਸ਼ਪਾ ਨੇ ਕਟਾਰ ਦੀ ਮਹੀਨ ਚੁੰਝ ਲਹੂ ਨਾਲ ਭਿਉਂ ਕੇ ਉਸ ਕਾਗਜ਼ ਦੇ ਹੇਠਾਂ ਲਿਖ ਦਿੱਤਾ, ਪੁਸ਼ਪਾਵਤੀ। ਨਹੀਂ, ਇਹ ਗਲਤ ਹੈ, ਬਾਬਾ ਜੀ ਬੋਲ ਉੱਠੇ। ਲਿਖੋ, ਭਾਰਤ ਪੁੱਤਰੀ। ਪੁਸ਼ਪਾ ਨੇ ਲਿਖ ਦਿੱਤਾ ਤੇ ਲਿਖ ਕੇ ਕਾਗਜ਼ ਬਾਬਾ ਜੀ ਵੱਲ ਵਧਾਇਆ। ਕਾਗਜ਼ ਨੂੰ ਪਾੜ ਕੇ ਬਾਬਾ ਜੀ ਨੇ ਪੁਰਜੇ ਪੁਰਜੇ ਕਰਕੇ ਮੇਜ਼ ਹੇਠਾਂ ਟੋਕਰੀ ਵਿੱਚ ਸੁੱਟ ਦਿੱਤਾ ਤੇ ਇਹ ਸਮਝ ਕੇ ਕਿ ਪੁਸ਼ਪਾ ਇਸ ਦਾ ਕਾਰਨ ਪੁੱਛਣਾ ਚਾਹੁੰਦੀ ਹੈ, ਬੋਲੇ, ਅਸੀਂ ਕੋਈ ਰਿਕਾਰਡ ਨਹੀਂ ਰੱਖਦੇ ਹੁੰਦੇ, ਸਿਰਫ ਲਿਖਾਣਾ ਤੇ ਲਿਖਾ ਕੇ ਪਾੜ ਛੱਡਣਾ ਹੀ ਕਾਫੀ ਸਮਝਿਆ ਜਾਂਦਾ ਹੈ। ਫਿਰ ਉਹਨਾਂ ਜੇਬ ਚੋਂ ਰੁਮਾਲ ਕੱਢ ਕੇ ਪੁਸ਼ਪਾ ਦੀ ਬਾਂਹ ਤੇ ਬੰਨ੍ਹ ਦਿੱਤਾ ਤੇ ਉਸ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਕਰਨ ਲਈ ਕਮਰੇ ਚੋਂ ਬਾਹਰ ਨਿਕਲੇ। ਅੰਕ 55। ਪੰਜਾਬ ਦੀ ਇਨਕਲਾਬੀ ਪਾਰਟੀ ਨੂੰ ਭਾਰਤ ਪੁੱਤਰੀ ਦੀ ਸ਼ਮੂਲੀਅਤ ਨੇ ਨਵਾਂ ਉਤਸ਼ਾਹ ਤੇ ਨਵੀਆਂ ਪ੍ਰੇਰਨਾਵਾਂ ਦਿੱਤੀਆਂ। ਕੁਝ ਚਿਰ ਤੋਂ ਸਿਥਲ ਹੋਈ ਇਹ ਪਾਰਟੀ ਫਿਰ ਚਮਕ ਪਈ। ਭਾਰਤ ਪੁੱਤਰੀ ਦੇ ਨਾਂ ਉੱਤੇ ਰੋਜ਼ ਕੋਈ ਨਾ ਕੋਈ ਵਾਰਦਾਤ ਹੋ ਜਾਂਦੀ। ਕਿਤੇ ਬੰਬ ਚੱਲ ਜਾਂਦਾ, ਕਿਤੇ ਪਿਸਤੌਲ ਦੇ ਵਾਰ। ਕਈ ਅੰਗਰੇਜ਼ਾਂ ਨੂੰ ਜਾਨ ਤੋਂ ਹੱਥ ਧੋਣੇ ਪਏ। ਸਰਕਾਰੀ ਅਫਸਰਾਂ ਨੂੰ ਬਿਨਾਂ ਆਪਣੀ ਰਾਖੀ ਦਾ ਪੂਰਾ ਇੰਤਜ਼ਾਮ ਕੀਤਿਆਂ ਬੰਗਲਿਆਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਸੀ। ਥਾਂ ਥਾਂ ਪੁਲਿਸੀ ਤੇ ਫੌਜੀ ਪਹਿਰੇ ਮੌਜੂਦ ਸਨ। ਇੱਥੋਂ ਤੱਕ ਕਿ ਸਿਨੇਮਾ ਥੀਏਟਰ ਆਦਿ ਤਮਾਸ਼ਗਾਹਾਂ ਵਿੱਚ ਵੀ CID ਦੇ ਕਰਮਚਾਰੀ ਭੱਜੇ ਫਿਰਦੇ ਸਨ। ਜਿਸ ਥਾਂ ਵੀ ਕੋਈ ਵਾਰਦਾਤ ਹੁੰਦੀ, ਉੱਥੋਂ ਹੀ ਟਾਈਪ ਕੀਤਾ ਹੋਇਆ ਇੱਕ ਕਾਗਜ਼ ਮਿਲਦਾ ਜਿਸ ਉੱਤੇ ਹਮੇਸ਼ਾ ਇੱਕ ਤਰ੍ਹਾਂ ਦਾ ਮਜ਼ਬੂਨ ਹੁੰਦਾ, ਭਾਰਤ ਪੁੱਤਰੀ ਦੇ ਹੁਕਮ ਨਾਲ। ਸਰਹੱਦੀ ਪਠਾਨਾਂ ਨੂੰ ਜਿਸ ਤਰ੍ਹਾਂ ਕਿਸੇ ਜ਼ਮਾਨੇ ਵਿੱਚ ਹਰੀਆਂ ਰਾਂਗਲਾਂ ਨੇ ਸਹਿਮ ਪਾਇਆ ਸੀ, ਉਹੀ ਹਾਲਤ ਇਸ ਵੇਲੇ ਪੰਜਾਬ, ਖਾਸ ਕਰਕੇ ਲਾਹੌਰ ਵਿੱਚ ਅੰਗਰੇਜ਼ ਅਫਸਰਾਂ ਦੀ ਸੀ। ਕੁਝ ਮਹੀਨਿਆਂ ਅੰਦਰ ਭਾਰਤ ਪੁੱਤਰੀ ਦਾ ਨਾਂ ਇਉਂ ਪ੍ਰਚਲਿਤ ਹੋ ਗਿਆ ਮਾਨੋ ਇਉਂ ਮੁੱਦਤਾਂ ਤੋਂ ਉਹ ਆਪਣਾ ਕੰਮ ਕਰਦੀ ਆ ਰਹੀ ਸੀ। ਖਾਸ ਕਰਕੇ ਜਿਨ੍ਹਾਂ ਲੋਕਾਂ ਉੱਤੇ ਪਾਰਟੀ ਦੀ ਅੱਖ ਸੀ, ਅਥਵਾ ਉਹ ਲੋਕੀ ਜਿਨ੍ਹਾਂ ਦੀ ਹੁਕੂਮਤ ਨਾਲ ਕੋਈ ਗੂੜੀ ਸਾਂਝ ਸੀ। ਖਿਤਾਬ ਯਾਫਤਾ ਲੋਕੀ, ਅਦਾਲਤੀ ਹਾਕਮ ਤੇ ਪੁਲਿਸ ਅਫਸਰ ਉਸ ਦਾ ਨਾਂ ਸੁਣ ਕੇ ਕੰਨਾਂ ਨੂੰ ਫੜਦੇ ਸਨ। ਸ਼ੱਕ ਵਿੱਚ ਕਈਆਂ ਤੀਵੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਅਸਲ ਭਾਰਤ ਪੁੱਤਰੀ ਕਿਸੇ ਦੇ ਹੱਥ ਨਾ ਆ ਸਕੀ। ਸਗੋਂ ਉਹਨਾਂ ਨੂੰ ਫੜਨ ਗਿਆ ਕਈਆਂ ਨੇ ਉਲਟਾ ਕੁਝ ਗਵਾ ਕੇ ਹੀ ਜਾਨ ਛੁਡਾਈ। ਪੁਸ਼ਪਾ ਇੰਨੀ ਦਿਨੀ ਆਪਣੀ ਮਾਂ ਸਮੇਤ ਲਾਹੌਰ ਰਹਿ ਰਹੀ ਸੀ। ਉਸ ਨੂੰ ਘਰੋਂ ਚੋਖਾ ਚਿਰ ਗੈਰ ਹਾਜ਼ਰ ਰਹਿਣਾ ਪੈਂਦਾ ਸੀ, ਪਰ ਮਾਂ ਦੀ ਤਸੱਲੀ ਲਈ ਉਸਨੇ ਇੱਕ ਢੰਗ ਲੱਭ ਲਿਆ ਸੀ। ਲਾਹੌਰ ਵਿੱਚ ਖੁੱਲੇ ਹੋਏ ਇੱਕ ਸੰਗੀਤ ਸਕੂਲ ਵਿੱਚ ਉਹ ਦਾਖਲ ਹੋ ਗਈ ਤੇ ਇਸੇ ਬਹਾਨੇ ਉਹ ਆਪਣਾ ਕੰਮ ਕਰਨ ਲਈ ਜਦੋਂ ਚਾਹੇ ਸੁਖਾਲੀ ਹੀ ਜਾ ਆ ਸਕਦੀ ਸੀ। ਉਸ ਦਾ ਪਿਓ ਵਿਚਾਰਾ ਗ੍ਰਿਫਤਾਰ ਹੋ ਚੁੱਕਾ ਸੀ। ਅਕਸਰ ਅੱਧੀ ਰਾਤ ਤੱਕ ਉਸ ਨੂੰ ਘਰੋਂ ਬਾਹਰ ਰਹਿਣਾ ਪੈਂਦਾ ਸੀ, ਪਰ ਉਹ ਮਾਂ ਅੱਗੇ ਅੱਜ ਫਲਾਨਾ ਡਰਾਮਾ ਸੀ ਕਹਿ ਕੇ ਉਸ ਦੀ ਤਸੱਲੀ ਕਰਾ ਦਿੰਦੀ ਸੀ। ਪੁਲਸੀ ਨੌਕਰੀ ਪੁਸ਼ਪਾ ਦੇ ਦਿਲ ਵਿੱਚ ਕੰਡੇ ਵਾਂਗ ਰੜਕ ਰਹੀ ਸੀ। ਉਸਨੇ ਕਈ ਚਿੱਠੀਆਂ ਪ੍ਰੀਤਮ ਸਿੰਘ ਨੂੰ ਲਿਖੀਆਂ, ਜਿਨ੍ਹਾਂ ਵਿੱਚ ਵਧੇਰੇ ਉਸ ਦੀ ਜਲੀਲ ਨੌਕਰੀ ਵੱਲ ਹੀ ਕਿਸੇ ਨਾ ਕਿਸੇ ਢੰਗ ਨਾਲ ਇਸ਼ਾਰਾ ਹੁੰਦਾ ਸੀ। ਅਖੀਰ ਪ੍ਰੀਤਮ ਸਿੰਘ ਵੱਲੋਂ ਨੂੰ ਇੱਕ ਚਿੱਠੀ ਮਿਲੀ। ਇਸ ਚਿੱਠੀ ਵਿੱਚ ਇੱਕ ਸਤਰ ਅਜਿਹੀ ਸੀ ਜਿਸ ਨੇ ਉਸ ਦੇ ਦਿਲ ਵਿੱਚ
ਕੁਝ ਅੱਧ ਸੁੱਤੇ ਭਾਵਾਂ ਨੂੰ ਮੁੜ ਟੁੰਬ ਜਗਾਇਆ। ਭਾਵੇਂ ਸੁੰਦਰਦਾਸ ਦੇ ਖਿਆਲਾਂ ਨੇ ਤੇ ਉਸਦੇ ਪਿਆਰ ਨੇ ਪੁਸ਼ਪਾ ਦੇ ਦਿਲ ਦਾ ਪਿੱਛਾ ਕਦੇ ਵੀ ਨਹੀਂ ਸੀ ਛੱਡਿਆ, ਪਰ ਜਦ ਤੋਂ ਉਸਨੇ ਬਾਬਾ ਜੀ ਵਾਲੇ ਉਸ ਫਾਰਮ ਹੇਠ ਆਪਣੇ ਲਹੂ ਨਾਲ ਦਸਤਖਤ ਕੀਤੇ ਸਨ, ਉਸ ਦਿਨ ਤੋਂ ਬਰਾਬਰ ਸੁੰਦਰਦਾਸ ਨੂੰ ਭੁੱਲ ਜਾਣ ਦੀ ਕੋਸ਼ਿਸ਼ ਵਿੱਚ ਸੀ। ਪਰ ਪੂਰੀ ਇਨਕਲਾਬੀ ਸਪਿਰਿਟ ਆਪਣੇ ਅੰਦਰ ਰੱਖਦਿਆਂ ਹੋਇਆਂ ਵੀ ਇਹ ਅਜਿਹੀ ਗੁੱਝੀ ਪੀੜ ਸੀ ਜਿਸ ਤੋਂ ਉਹ ਹਾਲੇ ਤੱਕ ਪਿੱਛਾ ਨਹੀਂ ਸੀ ਛੁਡਾ ਸਕੀ। ਇਹ ਸਤਰ ਸੀ ਪੁਸ਼ਪਾ, ਤੇਰਾ ਸੰਯੋਗ ਡਾਕਟਰ ਸੁੰਦਰਦਾਸ ਉਰਫ ਸਵਾਮੀ ਸੇਵਾਦਾਰ ਨਾਲ ਹੋਣ ਵਾਲਾ ਹੈ। ਉਹ ਸੋਚਦੀ ਆਸ ਦੀ ਜਿਸ ਟੀਸੀ ਉੱਤੇ ਵੀਰਾ ਜੀ ਉਸ ਪ੍ਰੇਮੀ ਦੀਵਾਨੇ ਨੂੰ ਚੜਾ ਰਹੇ ਹਨ, ਉਥੋਂ ਪੁੰਜੇ ਪਟਕ ਕੇ ਉਹ ਨਿਰਾਸ਼ਤਾ ਦੀ ਖੱਡ ਵਿੱਚ ਜਾ ਡਿੱਗੇਗਾ ਤੇ ਚਕਨਾਚੂਰ ਹੋ ਜਾਏਗਾ। ਜਦ ਵਿਆਹ ਤੋਂ ਮੇਰਾ ਇਨਕਾਰ ਸੁਣੇਗਾ, ਉਸ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਏਗੀ। ਆਹ ਬਦਨਸੀਬ! ਪੁਸ਼ਪਾ ਦੀ ਪਰੇਸ਼ਾਨੀ ਉੜਕ ਤੀਕ ਪਹੁੰਚ ਗਈ। ਆਪਣੇ ਸਿਰ ਚੁੱਕੇ ਫਰਜ਼ਾਂ ਨੂੰ ਸਾਹਮਣੇ ਰੱਖਦੀ ਹੋਈ ਉਹ ਹਜ਼ਾਰ ਕੋਸ਼ਿਸ਼ ਕਰਦੀ ਸੀ ਕਿ ਸੁੰਦਰਦਾਸ ਨੂੰ ਭੁੱਲ ਜਾਏ, ਪਰ ਵਿਅਰਥ। ਸੁੰਦਰ ਦਾ ਖਿਆਲ ਜੇ ਕੋਈ ਠੋਸ ਚੀਜ਼ ਹੁੰਦੀ ਤਾਂ ਸ਼ਾਇਦ ਉਹ ਕਲੇਜੇ ਨੂੰ ਚੀਰ ਕੇ ਵੀ ਉਸਨੂੰ ਉਸ ਵਿੱਚੋਂ ਕੱਢ ਕੇ ਸੁੱਟ ਪਾਉਂਦੀ, ਕਿਉਂਕਿ ਦੂਜੇ ਪਾਸੇ ਉਸਦੇ ਫਰਜ਼ ਉਸਨੂੰ ਇਹੋ ਉਕਸਾਹਟ ਦੇ ਰਹੇ ਸਨ। ਪਹਿਲੀ ਕਿਤਾਬ ਤੋਂ ਬਾਅਦ ਬਾਬਾ ਜੀ ਨੇ ਉਸਨੂੰ ਸਮੇਂ-ਸਮੇਂ ਹੋਰ ਬਹੁਤ ਸਾਰਾ ਕ੍ਰਾਂਤੀਕਾਰੀ ਸਾਹਿਤ ਪੜ੍ਹਨ ਲਈ ਦਿੱਤਾ, ਜਿਹੜਾ ਬਹੁਤਾ ਅੰਗਰੇਜ਼ੀ ਵਿੱਚ ਸੀ। ਪੁਸ਼ਪਾ ਇਹਨੂੰ ਬੜੇ ਸ਼ੌਂਕ ਨਾਲ ਪੜ੍ਹਦੀ ਸੀ, ਜਿਸ ਦੇ ਫਲਰੂਪ ਉਸਦੇ ਅੰਦਰ ਕੋਈ ਅਨੋਖੀ ਤਾਕਤ ਭਰਦੀ ਜਾਂਦੀ, ਪਰ ਇੰਨਾ ਹੋਣ ਤੇ ਵੀ ਉਹ ਸੁੰਦਰਦਾਸ ਨੂੰ ਦਿਲ ਚੋਂ ਨਹੀਂ ਕੱਢ ਸਕੀ। ਪ੍ਰੀਤਮ ਸਿੰਘ ਦੀ ਚਿੱਠੀ ਨੇ ਉਹਨੂੰ ਇੱਕ ਹੋਰ ਵੀ ਚਿੰਤਾ ਲਾ ਦਿੱਤੀ, ਬੜੀ ਖਤਰਨਾਕ ਚਿੰਤਾ। ਉਸਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ ਕਿ ਉਹ ਵਾਪਸ ਆ ਰਿਹਾ ਹੈ ਤੇ ਭਾਰਤ ਪੁੱਤਰੀ ਨਾਂ ਦੀ ਇੱਕ ਰਾਜ ਧਰੋਈ ਲੀਡਰ ਤੇ ਉਸਦੀ ਪਾਰਟੀ ਦਾ ਮੱਕੂ ਬਣਨ ਲਈ। ਉਹ ਬੜੀ ਬੇਕਰਾਰੀ ਨਾਲ ਸੋਚਦੀ, ਪਤਾ ਨਹੀਂ ਕੀ ਹੋਣ ਵਾਲਾ ਹੈ। ਇਸ ਪਾਰਟੀ ਵਿੱਚ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਦੀ ਬਣਤਰ ਤੇ ਫੈਲਾਓ ਸੰਬੰਧੀ ਕਿਸੇ ਮੈਂਬਰ ਨੂੰ ਕੁਝ ਨਹੀਂ ਪਤਾ ਹੁੰਦਾ। ਭਾਵੇਂ ਇਸ ਵਿੱਚ ਸੈਂਕੜੇ ਮੈਂਬਰ ਹੋਣ, ਇਸ ਦਾ ਜਾਲ ਸਾਰੇ ਮੁਲਕ ਵਿੱਚ ਫੈਲਿਆ ਹੋਇਆ ਹੋਵੇ, ਪਰ ਕਿਸੇ ਨੂੰ ਇਹ ਹੀ ਪਤਾ ਨਹੀਂ ਹੁੰਦਾ ਕਿ ਇਸ ਦੀਆਂ ਬ੍ਰਾਂਚਾਂ ਕਿੱਥੇ ਹਨ ਤੇ ਹੈੱਡਕੁਆਰਟਰ ਕਿੱਥੇ। ਇੱਕ ਆਦਮੀ ਨੂੰ ਵੱਧ ਤੋਂ ਵੱਧ 5 ਆਦਮੀਆਂ ਦਾ ਪਤਾ ਹੁੰਦਾ ਹੈ, ਸੋ ਵੀ ਉਸਨੂੰ, ਜਿਹੜਾ ਉਹਨਾਂ 5 ਵਿੱਚੋਂ ਮੁਖੀ ਹੋਵੇ। ਬਾਕੀ 4 ਨੂੰ ਆਪਣੇ ਸਾਥੀਆਂ ਦੀਆਂ ਸਿਰਫ ਸ਼ਕਲਾਂ ਦੇ ਜਾਂ ਉਹਨਾਂ ਦੇ ਨਕਲੀ ਨਾਂ ਦੀ ਹੀ ਜਾਣਕਾਰੀ ਹੁੰਦੀ ਹੈ। ਕੁਝ ਵੀ ਪੁੱਛਣ ਦੱਸਣ ਦੀ ਇਹਨਾਂ ਵਿੱਚ ਸਖਤ ਮਨਾਹੀ ਹੈ। ਬਣਨ ਵਾਲੇ ਮੈਂਬਰਾਂ ਨੂੰ ਕਿੰਨਾ ਚਿਰ ਬੜੇ ਔਖੇ ਇਮਤਿਹਾਨਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਤਾਂ ਕਿਤੇ ਜਾ ਕੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਮੈਂਬਰਾਂ ਦੀ ਕੋਈ ਲਿਸਟ, ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ। ਸਭ ਕੰਮ ਜ਼ਬਾਨੀ ਤੇ ਇਤਬਾਰ ਉੱਤੇ ਚੱਲਦਾ ਹੈ। ਕਈਆਂ ਉਮੀਦਵਾਰਾਂ ਨੂੰ, ਜਿਨ੍ਹਾਂ ਉੱਤੇ ਹਜੇ ਪਾਰਟੀ ਨੂੰ ਪੂਰਾ ਭਰੋਸਾ ਨਹੀਂ ਹੋਇਆ ਹੁੰਦਾ, ਮਹੀਨਿਆਂ ਬੱਧੀ ਅਜਮਾਇਸ਼ੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਉਹਨਾਂ ਪਾਸੋਂ ਸਧਾਰਨ ਕੰਮ ਲਏ ਜਾਂਦੇ ਹਨ, ਲਿਟਰੇਚਰ ਵੰਡਣਾ, ਸੁਨੇਹੇ ਪਹੁੰਚਾਣੇ ਆਦਿ। ਉਹਨਾਂ ਨੂੰ ਪਾਰਟੀ ਦੀ ਕਿਸੇ ਮੀਟਿੰਗ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਸੁਨੇਹੇ ਪਹੁੰਚਾਉਣ ਦੇ ਢੰਗ ਵੀ ਐਸੇ ਹੁੰਦੇ ਹਨ ਕਿ ਪੇਅੰਬਰ ਨੂੰ ਕਿਸੇ ਗੱਲ ਜਾਂ ਕਿਸੇ ਬੰਦੇ ਦਾ ਕੁਝ ਵੀ ਪਤਾ ਨਹੀਂ ਲੱਗਦਾ। ਹੈੱਡਕੁਆਰਟਰ ਵੱਲੋਂ ਹੁਕਮ ਆਉਂਦੇ ਰਹਿੰਦੇ ਹਨ ਕਿ ਗਰੁੱਪ ਦੇ ਮੈਂਬਰ ਨੰਬਰ ਇਤਨੇ ਦਾ ਤਬਾਦਲਾ ਫਲਾਣੇ ਨੰਬਰ ਨਾਲ ਕੀਤਾ ਜਾਵੇ। ਇਸ ਤਰ੍ਹਾਂ ਹਰ ਇੱਕ ਗਰੁੱਪ ਦੇ ਮੈਂਬਰ ਅਦਲ-ਬਦਲ ਹੁੰਦੇ ਰਹਿੰਦੇ ਹਨ। ਇਹ ਸ਼ਾਇਦ ਇਸ ਲਈ ਕਿ ਹਰ ਕੋਈ ਆਪਣੇ ਸਾਥੀਆਂ ਦੀ ਜਾਣਕਾਰੀ ਵੱਲੋਂ ਹਨੇਰੇ ਵਿੱਚ ਰਹੇ। ਜੇ ਕਿਸੇ ਦੀ ਨੀਤ ਬਦਲ ਵੀ ਜਾਏ ਤਾਂ ਪਾਰਟੀ ਨੂੰ ਬਹੁਤਾ ਨੁਕਸਾਨ ਨਾ ਪਹੁੰਚ ਸਕੇ। ਇਨਕਾਰ, ਵਿਸ਼ਵਾਸਘਾਤ ਤੇ ਸੁਸਤੀ ਅਥਵਾ ਇਸ ਸੰਬੰਧੀ ਕਿਸੇ ਕਿਸਮ ਦਾ ਸ਼ੱਕ, ਇਹਨਾਂ ਜੁਰਮਾਂ ਦੀ ਇਸ ਪਾਰਟੀ ਵਿੱਚ ਇੱਕੋ ਸਜ਼ਾ ਹੁੰਦੀ, ਛੂਟ। ਬਾਬਾ ਜੀ ਦਾ ਪੁਸ਼ਪਾ ਉੱਤੇ ਭਾਵੇਂ ਪਹਿਲੀ ਮੁਲਾਕਾਤ ਵਿੱਚ ਹੀ ਭਰੋਸਾ ਪੈ ਗਿਆ ਸੀ, ਫਿਰ ਵੀ ਉਸਨੇ ਉਹਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਕਈ ਦਿਨ ਲਾ ਦਿੱਤੇ ਸਨ। ਕਾਗਜ਼ ਦੇ ਪੁਰਜੇ ਉੱਤੇ ਲਿਖਿਆ ਹੋਇਆ ਜਿਹੜਾ ਪਤਾ ਉਹ ਪੁਸ਼ਪਾ ਨੂੰ ਉਸ ਰਾਤ ਦੇ ਆਇਆ ਸੀ, ਉਸ ਪਤੇ ਤੇ ਗਈ ਪੁਸ਼ਪਾ ਨੂੰ ਉਸ ਵੇਲੇ ਉਹ ਨਹੀਂ ਸੀ ਮਿਲਿਆ। ਇਹ ਬਾਬਾ ਜੀ ਨੇ ਜਾਣਬੁੱਝ ਕੇ ਹੀ ਕੀਤਾ ਸੀ। ਜਿੱਥੇ ਪੁਸ਼ਪਾ ਭੌਂਦੀ ਫਿਰੀ ਸੀ, ਉੱਥੇ ਹੀ ਬਾਬਾ ਜੀ ਦੇ ਆਦਮੀ ਮੌਜੂਦ ਸਨ, ਜਿਹੜੇ ਪੁਸ਼ਪਾ ਦੀਆਂ ਹਰਕਤਾਂ ਨੂੰ ਤਾੜਦੇ ਰਹੇ ਸਨ। ਉਸੇ ਰਾਤ ਬਾਬਾ ਜੀ ਨੇ ਪੁਸ਼ਪਾ ਨੂੰ ਪਿਸਤੌਲਾਂ ਦਾ ਜ਼ਖੀਰਾ ਵਿਖਾਇਆ ਤੇ ਮੁਲਾਕਾਤ ਦੇ ਅੰਤ ਵਿੱਚ ਉਸਨੇ ਦੂਜੇ ਦਿਨ ਠੀਕ ਉਸੇ ਵੇਲੇ ਪੁਸ਼ਪਾ ਨੂੰ ਫੇਰ ਆਉਣ ਲਈ ਕਿਹਾ ਸੀ। ਪੁਸ਼ਪਾ ਆਪਣੇ ਵਾਅਦੇ ਮੁਤਾਬਕ ਦੂਜੇ ਦਿਨ ਜੇ ਉੱਥੇ ਪਹੁੰਚੀ ਤਾਂ ਕਮਰਾ ਬਿਲਕੁਲ ਖਾਲੀ ਸੀ। ਇਸ ਤੋਂ ਬਾਬਾ ਜੀ ਦਾ ਮਤਲਬ ਇਹ ਸੀ ਕਿ ਪੁਸ਼ਪਾ ਕਿਤੇ ਇਹਨਾਂ ਪਿਸਤੌਲਾਂ ਦੀ ਮੁਖਬਰੀ ਕਰਕੇ ਉਹਨਾਂ ਨੂੰ ਫੜਾਉਣ ਦਾ ਯਤਨ ਤਾਂ ਨਹੀਂ ਕਰਦੀ, ਤੇ ਉਹ ਇਸ ਪ੍ਰੀਖਿਆ ਵਿੱਚ ਪਾਸ ਹੋਈ। ਇੱਕ ਹੋਰ ਪ੍ਰੀਖਿਆ ਹੋਈ। ਦੂਜੀ ਮੁਲਾਕਾਤ ਵਿੱਚ ਬਾਬਾ ਜੀ ਨੇ ਉਹਨੂੰ ਆਪਣੀ ਬਾਬਤ ਦੱਸਿਆ ਕਿ ਵਾਅਦਾ ਮੁਆਫ ਗਵਾਹ ਜਿਸ ਨੂੰ ਕਤਲ ਕਰਕੇ ਮੈਂ ਭੱਜਿਆ ਹੋਇਆ ਹਾਂ, ਮੇਰੀ ਗ੍ਰਿਫਤਾਰੀ ਲਈ 10,000 ਰੁਪਏ ਇਨਾਮ ਰੱਖਿਆ ਗਿਆ ਹੈ। ਵਾਅਦਾ ਮੁਆਫਗਾ ਤੋਂ ਛੁੱਟ ਮੈਂ ਇੱਕ ਹੋਰ ਖੂਨ ਦਾ ਵੀ ਭਗੌੜਾ ਹਾਂ। ਭਾਵੇਂ ਬਾਬਾ ਜੀ ਇਹ ਸਭ ਕੁਝ ਸੱਚੋ ਸੱਚ ਪੁਸ਼ਪਾ ਨੂੰ ਦੱਸਿਆ ਸੀ, ਪਰ ਅਸਲ ਵਿੱਚ ਇਹ ਪੁਸ਼ਪਾ ਦੇ ਇਮਤਿਹਾਨ ਦਾ ਹੀ ਇੱਕ ਪਰਚਾ ਸੀ ਕਿ ਇਨਾਮ ਦੇ ਲਾਲਚ ਵਿੱਚ ਫਸ ਕੇ ਉਹ ਕੋਈ ਅਜਿਹੀ ਹਰਕਤ ਤਾਂ ਨਹੀਂ ਕਰਦੀ। ਪਰ ਪੁਸ਼ਪਾ ਸਾਰੇ ਇਮਤਿਹਾਨਾਂ ਵਿੱਚ ਪਾਸ ਹੁੰਦੀ ਗਈ, ਜਿਸ ਤੋਂ ਬਾਅਦ ਬਾਬਾ ਜੀ ਨੇ ਉਹਨੂੰ ਭਾਰਤ ਪੁੱਤਰੀ ਦੇ ਖਿਤਾਬ ਤੋਂ ਛੁੱਟ ਪਾਰਟੀ ਦੀ ਲੀਡਰੀ ਵੀ ਪ੍ਰਦਾਨ ਕੀਤੀ। ਅਸਲ ਵਿੱਚ ਬਾਬਾ ਜੀ ਆਪਣੀ 5 ਦੀ ਪਾਰਟੀ ਦੇ ਆਪ ਹੀ ਲੀਡਰ ਸਨ।
ਪਰ ਮਫਰੂਰ ਹੋਣ ਦੀ ਹਾਲਤ ਵਿੱਚ ਪੁਲਿਸ ਹਰ ਵੇਲੇ ਉਹਨਾਂ ਦੀ ਭਾਲ ਵਿੱਚ ਰਹਿੰਦੀ ਸੀ ਤੇ ਪਾਰਟੀ ਦਾ ਇਹ ਨਿਯਮ ਸੀ ਕਿ ਉਸ ਹਾਲਤ ਵਿੱਚ ਜਦ ਕਿ ਕੋਈ ਮੈਂਬਰ ਕਿਸੇ ਦਾ ਖੂਨ ਕਰਕੇ ਭੱਜਿਆ ਹੋਵੇ ਉਸ ਨੂੰ ਆਪਣੇ ਥਾਂ ਕੋਈ ਹੋਰ ਮੈਂਬਰ ਭਰਤੀ ਕਰਕੇ ਆਪਣਾ ਕੰਮ ਉਹਦੇ ਹਵਾਲੇ ਕਰ ਦੇਣਾ ਤੇ ਆਪ ਲੱਗਦੀ ਵਾਹ ਲੁਕ ਛਿਪ ਕੇ ਰਹਿਣਾ ਚਾਹੀਦਾ ਹੈ। ਸੋ ਐਸੇ ਨਿਯਮ ਅਨੁਸਾਰ ਬਾਬਾ ਜੀ ਨੇ ਆਪਣੀ ਥਾਂ ਲਈ ਪੁਸ਼ਪਾ ਨੂੰ ਚੁਣਿਆ ਸੀ। ਵੈਸੇ ਵੀ ਪਾਰਟੀ ਕਿਸੇ ਦਲੇਰ ਕੁੜੀ ਦੀ ਸ਼ਮੂਲੀਅਤ ਨੂੰ ਤਰਜੀਹ ਦਿੰਦੀ ਸੀ। ਇਹੋ ਕਾਰਨ ਸੀ ਕਿ ਪੁਸ਼ਪਾ ਨੂੰ ਇਤਨੀ ਛੇਤੀ ਚਾਂਸ ਮਿਲ ਗਿਆ। ਅੰਕ 56 ਪ੍ਰੀਤਮ ਸਿੰਘ ਦਿੱਲੀ ਛੱਡ ਆਇਆ ਤੇ ਨਾਲ ਹੀ ਦਿਲ ਨੂੰ ਵੀ। ਬਾਜੇ ਵਾਲੇ ਕੋਈ ਨਿੱਕੀ ਜਿਹੀ ਘਟਨਾ ਹੀ ਆਦਮੀ ਦੇ ਅੰਦਰ ਵੱਡਾ ਤੂਫਾਨ ਮਚਾ ਦਿੰਦੀ ਹੈ। ਤੁਰਨ ਲੱਗਿਆ ਪ੍ਰੀਤਮ ਸਿੰਘ ਨੇ ਮਨੋਰਮਾ ਤੇ ਸੁੰਦਰਦਾਸ ਨੂੰ ਪ੍ਰੇਮ ਅਲਾਪ ਕਰਦੇ ਤੱਕਿਆ ਸੀ। ਇਸ ਵੇਲੇ ਤਾਂ ਥੋੜੀ ਜਿਹੀ ਈਰਖਾ ਬਣ ਕੇ ਹੀ ਉਸਦੇ ਸੀਨੇ ਵਿੱਚ ਭੜਕੀ, ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਇਹ ਭੜਕਾਹਟ ਕੁਝ ਦੀ ਕੁਝ ਬਣ ਗਈ। ਇੱਕ ਪਾਸੇ ਉਸਦਾ ਦਿਲ ਮਨੋਰਮਾ ਦੇ ਪ੍ਰੇਮ ਵਿੱਚ ਡੁੱਬਦਾ ਜਾਂਦਾ ਸੀ, ਦੂਜੇ ਪਾਸੇ ਈਰਖਾ ਦੀ ਅੱਗ ਨਾਲ ਝੁਲਸੀਂਦਾ ਜਾ ਰਿਹਾ ਸੀ। ਇਸ ਦੇ ਨਾਲ ਹੀ ਉਹ ਸੋਚਦਾ, ਮਨੋਰਮਾ ਉੱਤੇ ਮੈਂ ਦਿਲ ਹੀ ਦਿਲ ਵਿੱਚ ਇੰਨਾ ਦਾਈਆ ਕਿਉਂ ਬਣ ਬੈਠਾ ਹਾਂ, ਉਸ ਦੀ ਮੇਰੀ ਕੀ ਸਾਂਝ ਹੈ। ਇਹ ਵਿਚਾਰ ਤਾਂ ਸਨ ਆਪਣੇ ਸਬੰਧ ਵਿੱਚ ਉਸਦੇ, ਪਰ ਜਦ ਉਸਨੂੰ ਖਿਆਲ ਆਉਂਦਾ ਕਿ ਉਹ ਆਪਣੀ ਭੈਣ ਦਾ ਰਿਸ਼ਤਾ ਜਿਸ ਸੁੰਦਰਦਾਸ ਨਾਲ ਜੋੜਨਾ ਚਾਹੁੰਦਾ ਹੈ ਉਹੀ ਸੁੰਦਰਦਾਸ ਹੋਰ ਕਿਤੇ ਅੱਖਾਂ ਲਾਈ ਬੈਠਾ ਹੈ, ਤਾਂ ਉਸਨੂੰ ਆਪਣੇ ਆਪ ਉੱਤੇ ਵੀ ਕ੍ਰੋਧ ਆਉਣ ਲੱਗ ਪੈਂਦਾ ਕਿ ਇਹ ਉਸਨੇ ਕੀ ਕੀਤਾ, ਕਿੱਡੀ ਗਲਤ ਚੋਣ ਕੀਤੀ ਉਸਨੇ। ਸਧਾਰਨ ਰਿਸ਼ਤੇ ਦੀ ਗੱਲ ਹੁੰਦੀ ਤਾਂ ਖਿਆਲ ਕਰਦਾ ਚਲੋ ਇੱਥੇ ਨਹੀਂ ਤਾਂ ਹੋਰ ਕਿਤੇ ਹੋ ਜਾਵੇਗੀ, ਪਰ ਉਹ ਆਪਣੀ ਭੈਣ ਦੇ ਜਜ਼ਬਿਆਂ ਤੋਂ ਅਣਜਾਣ ਨਹੀਂ ਸੀ। ਉਹ ਜਾਣਦਾ ਸੀ ਕਿ ਜਿਸ ਵੇਲੇ ਪੁਸ਼ਪਾ ਦੇ ਕੰਨਾਂ ਵਿੱਚ ਇਹ ਖਬਰ ਅੱਪੜੇਗੀ ਉਸਦਾ ਕੀ ਹਾਲ ਹੋਵੇਗਾ। ਇਹੋ ਜਿਹੇ ਖਿਆਲਾਂ ਦਾ ਬੋਝ ਆਪਣੇ ਦਿਲ ਤੇ ਲੈ ਕੇ ਪ੍ਰੀਤਮ ਸਿੰਘ ਲਾਹੌਰ ਪੁੱਜਾ। ਸਾਰੇ ਰਾਹ ਉਸਨੂੰ ਇਹਨਾਂ ਵਿਚਾਰਾਂ ਨੇ ਹੀ ਘੇਰੀ ਰੱਖਿਆ, ਖਾਸ ਕਰਕੇ ਇੱਕ ਗੱਲ ਨੇ ਕਿ ਇਹ ਖਬਰ ਪੁਸ਼ਪਾ ਨੂੰ ਕਿਕਨ ਸੁਣਾਵਾਂਗਾ। ਮਾਂ ਪੁੱਤਰ ਦੇ ਮੇਲ ਤੋਂ ਬਾਅਦ ਭੈਣ ਭਰਾ ਦਾ ਸਾਖਿਆਤ ਹੋਇਆ। ਪੁਸ਼ਪਾ ਆਪਣੇ ਵੀਰਾ ਜੀ ਨੂੰ ਮਿਲ ਕੇ ਗਦਗਦ ਹੋਈ। ਪਹਿਲੀ ਮੁਲਾਕਾਤ ਵਿੱਚ ਹੀ ਦੋਹਾਂ ਭੈਣ ਭਰਾਵਾਂ ਨੇ ਇੱਕ ਦੂਜੇ ਵੱਲ ਧਿਆਨ ਨਾਲ ਤੱਕਿਆ। ਦੋਵੇਂ ਚਿਹਰੇ ਨਾਖੁਸ਼ ਸਨ। ਨਿਰਾਸ਼ਤਾ ਦੀ ਬੇਰੌਣਕੀ ਦੋਹਾਂ ਉੱਤੇ ਪ੍ਰਗਟ ਹੋ ਰਹੀ ਸੀ। ਆਉਂਦਿਆਂ ਹੀ ਪ੍ਰੀਤਮ ਸਿੰਘ ਨੂੰ ਪੁਸ਼ਪਾ ਪਾਸ ਬੈਠਣ ਦਾ ਮੌਕਾ ਨਹੀਂ ਸੀ ਮਿਲਿਆ। ਸਰਕਾਰੀ ਕੰਮਾਂ-ਕਾਰਾਂ ਦੇ ਝਮੇਲੇ ਵਿੱਚ ਉਸਦੇ 2 ਦਿਨ ਖਰਚ ਹੋ ਗਏ। ਇਸ ਤੋਂ ਛੁੱਟ ਉਸ ਲਈ ਤਰੱਕੀ ਦੀ ਮਨਜ਼ੂਰੀ ਵੀ ਆ ਚੁੱਕੀ ਸੀ। ਪ੍ਰੀਤਮ ਸਿੰਘ ਨੂੰ DSP ਦਾ ਅਹੁਦਾ ਪ੍ਰਦਾਨ ਕੀਤਾ ਗਿਆ ਸੀ। ਉਸਦੀ ਰਿਹਾਇਸ਼ ਲਈ ਇੱਕ ਬ੍ਰੈਡਸਥ ਰੋਡ ਉੱਤੇ ਕੋਠੀ ਖਾਲੀ ਕਰਵਾਈ ਗਈ ਤੇ ਸਵਾਰੀ ਲਈ ਇੱਕ ਕਾਰ ਉਸਦੇ ਹਵਾਲੇ ਕੀਤੀ ਗਈ। ਸੋ ਕਿਉਂਕਿ ਉਸਨੇ ਰਿਹਾਇਸ਼ ਵੀ ਬਦਲਣੀ ਸੀ, ਘਰ ਦੇ ਮਕਾਨ ਚੋਂ ਸਮਾਨ ਚੁਕਾ ਕੇ ਕੋਠੀ ਪਹੁੰਚਾਉਣਾ ਸੀ, ਇਸ ਲਈ ਇਹ 2 ਦਿਨ ਉਸਨੂੰ ਪੁਸ਼ਪਾ ਪਾਸ ਬੈਠਣ ਦਾ ਮੌਕਾ ਨਹੀਂ ਸੀ ਮਿਲਿਆ। ਕੋਠੀ ਵਿੱਚ ਸਭ ਸਮਾਨ ਪਹੁੰਚ ਗਿਆ। ਉਸਦੇ ਅਗਲੇ ਹਿੱਸੇ ਵਿੱਚ ਉਹਦਾ ਪ੍ਰਾਈਵੇਟ ਦਫ਼ਤਰ ਸੀ ਤੇ ਪਿਛਲੇ ਵਿੱਚ ਰਿਹਾਇਸ਼। ਮਾਂ ਨੂੰ ਤੇ ਪੁਸ਼ਪਾ ਨੂੰ ਕੋਠੀ ਲੈ ਗਿਆ। ਇੱਧਰ ਪੁਸ਼ਪਾ ਲਈ ਇੱਕ ਨਵੀਂ ਔਕੜ ਆ ਬਣੀ। ਅੱਗੇ ਤਾਂ ਉਹ ਆਜ਼ਾਦ ਸੀ, ਜਿੱਥੇ ਜੀ ਕਰੇ ਆਉਂਦੀ ਜਾਂਦੀ ਸੀ, ਪਰ ਹੁਣ ਪ੍ਰੀਤਮ ਸਿੰਘ ਦੇ ਨਾਲ ਇੱਕੋ ਘਰ ਵਿੱਚ। ਕਿੱਡੀ ਅਜੀਬ ਗੱਲ ਸੀ, ਸ਼ਿਕਾਰ ਤੇ ਸ਼ਿਕਾਰੀ ਇੱਕੋ ਥਾਵੇਂ। ਇਹ ਤੇ ਵਾਧਾ ਇਹ ਕਿ ਸ਼ਿਕਾਰ ਸੀ ਭੈਣ ਦੇ ਰੂਪ ਵਿੱਚ ਤੇ ਸ਼ਿਕਾਰੀ ਸੀ ਭਰਾ ਦੇ ਰੂਪ ਵਿੱਚ। ਇਸ ਹਾਲਤ ਵਿੱਚ ਇਹ ਭੇਦ ਕਿੰਨਾ ਕੁ ਚਿਰ ਲੁਕਿਆ ਰਹੇਗਾ, ਇਹੋ ਚਿੰਤਾ ਪੁਸ਼ਪਾ ਨੂੰ ਖਾਈ ਜਾਂਦੀ ਸੀ। ਸ਼ਾਮ ਦਾ ਵੇਲਾ ਸੀ। ਠੰਡੀ ਹਵਾ ਕਿਸੇ ਵੇਲੇ ਬਾਰੀਆਂ ਦੇ ਤਾਕ ਖੜਕਾਉਂਦੀ ਹੋਈ ਅੰਦਰ ਬੈਠਿਆਂ ਦੀ ਇਕਾਗਰਤਾ ਵਿੱਚ ਵਿਘਨ ਪਾ ਰਹੀ ਸੀ। ਇਹੋ ਵੇਲਾ ਸੀ ਜਦ ਦੋਵੇਂ ਭੈਣ ਭਰਾ ਕੁਝ ਦਿਲ ਦੀਆਂ ਗੱਲਾਂ ਕਰਨ ਲਈ ਰੀਡਿੰਗ ਰੂਮ ਵਿੱਚ ਆਮੋ ਸਾਹਮਣੇ ਕੁਰਸੀਆਂ ਤੇ ਬੈਠੇ ਸਨ। ਵੀਰਾ ਜੀ, ਤੁਹਾਡੀ ਤਬੀਅਤ ਠੀਕ ਹੈ? ਪੁਸ਼ਪਾ ਨੇ ਉਸਦਾ ਹੱਥ ਫੜ ਕੇ ਕਿਹਾ। ਐਤਕੀ ਤੁਸੀਂ ਮੈਨੂੰ ਚੰਗੀ ਤਰ੍ਹਾਂ ਪਿਆਰ ਨਹੀਂ ਕੀਤਾ। ਪ੍ਰੀਤਮ ਸਿੰਘ ਜਿਵੇਂ ਨੀਂਦ ਚੋਂ ਜਾਗ ਉੱਠਿਆ। ਸਿਆਣੀ ਪੁਸ਼ਪਾ ਤੋਂ ਕੀ ਮੈਂ ਆਪਣੀ ਚਿੰਤਾ ਲੁਕਾ ਨਹੀਂ ਸਕਿਆ। ਉਸਨੇ ਚਾਹਿਆ ਕਿ ਦਿਲ ਦੀ ਵਿਥਿਆ ਇੱਕ ਵਾਰੀ ਪੁਸ਼ਪਾ ਨੂੰ ਸੁਣਾ ਦੇਵੇ, ਪਰ ਇਸ ਨਾਜ਼ੁਕ ਜਿਹੀ ਜਿੰਦੜੀ ਦਾ ਦਿਲ ਤੋੜ ਦਿਆਂ। ਇਸ ਖਿਆਲ ਨੇ ਉਸਦਾ ਮੂੰਹ ਬੰਦ ਕਰ ਦਿੱਤਾ ਤੇ ਉਹ ਪੁਸ਼ਪਾ ਦੇ ਹੋਰ ਨੇੜੇ ਕੁਰਸੀ ਸਰਕਾ ਕੇ ਬੋਲਿਆ, ਪਿਆਰ? ਮੇਰੇ ਦਿਲ ਦਾ ਸਾਰਾ ਪਿਆਰ ਆਪਣੀ ਪੁਸ਼ੀ ਲਈ ਏ। ਪੁਸ਼ਪਾ ਨੂੰ ਪੁਸ਼ੀ ਉਹ ਉਦੋਂ ਸੱਦਦਾ ਸੀ ਜਦੋਂ ਬਹੁਤੇ ਹੀ ਪਿਆਰ ਵਿੱਚ ਹੋਵੇ। ਇਹ ਪੁਸ਼ਪਾ ਦਾ ਨਿੱਕੇ ਹੁੰਦਿਆਂ ਦਾ ਨਾਂ ਪ੍ਰੀਤਮ ਸਿੰਘ ਨੇ ਰੱਖਿਆ ਹੋਇਆ ਸੀ। ਉਪਰੋਕਤ ਵਾਕ ਕਹਿੰਦਾ ਹੋਇਆ ਉਹ ਬੋਲਿਆ, ਇਹ ਸਵਾਲ ਤਾਂ ਸਗੋਂ ਮੈਂ ਤੇਰੇ ਉੱਤੇ ਕਰਨਾ ਸੀ। ਮੇਰੇ ਉੱਤੇ ਵੀਰਾ ਜੀ? ਪੁਸ਼ਪਾ ਨੇ ਭਰਾ ਦੀਆਂ ਅੱਖਾਂ ਉੱਤੇ ਨਜ਼ਰ ਗੱਡ ਕੇ ਪੁੱਛਿਆ। ਕਿਉਂ? ਇਸ ਲਈ ਕਿ ਐਤਕੀ ਮੈਂ ਤੇਰੇ ਚਿਹਰੇ ਉੱਤੇ ਵੀਰ ਮਿਲਾਪ ਦਾ ਚਾਅ ਨਹੀਂ ਵੇਖ ਰਿਹਾ। ਵੀਰਾ ਜੀ ਕਿਸ ਖਿਆਲ ਨਾਲ ਇਹ ਕਹਿ ਰਹੇ ਹਨ? ਕਿਤੇ ਉਹਨਾਂ ਨੂੰ ਮੇਰਾ ਭੇਤ ਤਾਂ ਨਹੀਂ ਲੱਭ ਗਿਆ? ਇਹ ਖਿਆਲ ਕਰਦੀ ਹੋਈ ਉਹ ਬੋਲੀ, ਮੈਨੂੰ ਸੱਚਮੁੱਚ ਇੱਕ ਚਿੰਤਾ ਹੈ ਵੀਰਾ ਜੀ, ਤੇ ਉਸੇ ਦਿਨ ਤੋਂ ਹੈ ਜਿਸ ਦਿਨ ਦੀ ਤੁਹਾਡੀ ਚਿੱਠੀ ਆਈ ਸੀ। ਪੁਸ਼ਪਾ ਦਾ ਮਤਲਬ ਸਮਝਣ ਲਈ ਉਹ ਜਰਾ ਹੋਰ ਉਸ ਵੱਲ ਝੁੱਕ ਕੇ ਕਹਿਣ ਲੱਗਾ, ਮੇਰੀ ਚਿੱਠੀ ਵਿੱਚ ਤਾਂ ਜਿੱਥੋਂ ਤੱਕ ਮੇਰਾ ਖਿਆਲ ਹੈ ਇਹੋ ਜਿਹੀ ਕੋਈ ਗੱਲ ਨਹੀਂ ਸੀ ਜਿਹੜੀ ਤੈਨੂੰ ਚਿੰਤਾ ਲਾਉਣ ਵਾਲੀ ਹੋਵੇ, ਬਲਕਿ ਕੁਝ ਖੁਸ਼ੀ ਦੇਣ ਵਾਲੀ ਭਾਵੇਂ ਹੋਵੇ। ਖੁਸ਼ੀ ਦੇਣ ਵਾਲੀ ਸੁਣ ਕੇ ਇੱਕ ਵਾਰੀ ਫਿਰ ਸੁੰਦਰਦਾਸ ਦੀ ਤਸਵੀਰ ਪੁਸ਼ਪਾ ਦੀਆਂ ਅੱਖਾਂ ਅੱਗੇ ਪਾਉਣ ਲੱਗੀ। ਉਧਰ ਪ੍ਰੀਤਮ ਸਿੰਘ ਦੇ ਸਾਹਮਣੇ ਵੀ ਉਹ ਤਸਵੀਰ ਸੀ। ਦੋਹਾਂ ਵਿੱਚ ਫਰਕ ਇੰਨਾ ਸੀ ਕਿ ਪੁਸ਼ਪਾ ਦੇ ਦਿਲ ਵਿੱਚ ਉਸ ਪਿਆਰੇ ਦੀ ਯਾਦ
ਕੋਈ ਪ੍ਰੇਮ ਤਰਾਨਾ ਛੇੜ ਰਹੀ ਸੀ, ਪਰ ਪ੍ਰੀਤਮ ਸਿੰਘ ਦੇ ਦਿਲ ਉੱਤੇ ਦੂਰੀ ਈਰਖਾ ਦੇ ਫਲੂਹੇ ਪਾ ਰਹੀ ਸੀ। ਪਰ ਹੁਣ ਭੁੱਲ ਕੇ ਵੀ ਸੁੰਦਰਦਾਸ ਦਾ ਖਿਆਲ ਜਾਂ ਜ਼ਿਕਰ ਨਹੀਂ ਸੀ ਕਰਨਾ ਚਾਹੁੰਦਾ, ਭਾਵੇਂ ਕਿ ਉਹ ਇਹ ਜਾਣਦਾ ਸੀ ਕਿ ਸੁੰਦਰਦਾਸ ਦੇ ਪ੍ਰੀਤ ਸੁਨੇਹੇ ਸੁਣਨ ਲਈ ਪੁਸ਼ਪਾ ਦਾ ਦਿਲ ਕਿੰਨਾ ਬੇਤਾਬ ਹੋ ਰਿਹਾ ਹੋਵੇਗਾ। ਪੁਸ਼ਪਾ ਦੀ ਇੱਧਰ ਹਾਲਤ ਇਹ ਸੀ ਕਿ ਉਹ ਸੁੰਦਰਦਾਸ ਦਾ ਪ੍ਰਸੰਗ ਨਾ ਛੇੜਨਾ ਚਾਹੁੰਦੀ ਸੀ, ਨਾ ਹੀ ਭਰਾ ਦੇ ਮੂੰਹੋਂ ਉਸ ਸੰਬੰਧੀ ਕੁਝ ਸੁਣਨਾ ਚਾਹੁੰਦੀ ਸੀ। ਉਹ ਬੋਲੀ, ਭਲਾ ਵੀਰਾ ਜੀ, ਇਹ ਚਿੰਤਾ ਮੇਰੇ ਲਈ ਘੱਟ ਸੀ ਜਿਹੜਾ ਤੁਸੀਂ ਲਿਖਿਆ ਸੀ ਕਿ ਤੁਸੀਂ ਭਾਰਤ ਪੁੱਤਰੀ ਨੂੰ ਗ੍ਰਿਫਤਾਰ ਕਰਨ ਲਈ ਆ ਰਹੇ ਹੋ। ਅਜੇ ਕਹਿੰਦੇ ਹੋ ਉਹ ਚਿੰਤਾ ਵਾਲੀ ਕੀ ਗੱਲ ਹੈ? ਅਖਬਾਰਾਂ ਵਿੱਚ ਉਸ ਚੁੜੇਲ ਦੇ ਕਾਰੇ ਪੜ੍ਹ ਕੇ ਤਾਂ ਮੇਰੀ ਅਕਲ ਚਕਰਾ ਜਾਂਦੀ ਹੈ। ਉਹ ਕੁੜੀ ਹੈ ਕਿ ਕੋਈ ਭੂਤਨੀ? ਇਹੋ ਜਿਹੇ ਖੂਨਣ ਨੂੰ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਤੁਸੀਂ ਆਪਣੇ ਸਿਰ ਲੈ ਬੈਠੇ। ਵੀਰ, ਪਿਆਰ ਦਾ ਇਤਨਾ ਜਜ਼ਬਾ ਹੈ ਇਸ ਕੁੜੀ ਵਿੱਚ। ਇਹ ਖਿਆਲ ਕਰਕੇ ਪ੍ਰੀਤਮ ਸਿੰਘ ਨੇ ਕਿਹਾ, ਮੇਰੀ ਕਮਜ਼ੋਰ ਪੁਸ਼ੀ, ਐਨੀ ਕੁ ਗੱਲ ਲਈ ਤੂੰ ਫੀਲ ਕਰ ਰਹੀ ਹੈ। ਮੈਂ ਵੀ ਜਾਣਦਾ ਹਾਂ ਕਿ ਉਹ ਤੇ ਉਸਦੀ ਪਾਰਟੀ ਬੜੀ ਖਤਰਨਾਕ ਹੈ, ਪਰ ਇਸ ਤਰ੍ਹਾਂ ਡਰ ਕੇ ਅੰਦਰ ਵੜਿਆ ਤਾਂ ਸਾਡੇ ਲੋਕਾਂ ਦਾ ਗੁਜ਼ਾਰਾ ਨਹੀਂ ਹੁੰਦਾ। ਮੇਰਾ ਖਿਆਲ ਹੈ ਮੈਂ ਬਹੁਤ ਜਲਦੀ ਉਹਨੂੰ ਗ੍ਰਿਫਤਾਰ ਕਰ ਲਵਾਂਗਾ। ਨਾ ਵੀਰਾ ਜੀ, ਬਾਲਾਂ ਵਾਲੀ ਲਾਡਲੀ ਜਿੱਦ ਵਿੱਚ ਉਹ ਬੋਲੀ, ਇਸ ਖਤਰੇ ਵਿੱਚ ਨਾ ਪੈਣਾ, ਮੇਰਾ ਦਿਲ ਡਰ ਰਿਹਾ ਏ। ਪੁਸ਼ਪਾ, ਤੂੰ ਵੇਖੀ ਤੇ ਸਹੀ ਕਿਸ ਤਰ੍ਹਾਂ ਮੈਂ ਉਹਦਾ ਨੱਕ ਬੰਦ ਕਰਦਾ ਹਾਂ। ਉਹ ਜੇ ਭਾਰਤ ਪੁੱਤਰੀ ਹੈ ਤਾਂ ਮੈਂ ਪੁਸ਼ਪਾ ਦਾ ਭਰਾ ਹਾਂ। ਪਰ ਵੀਰਾ ਜੀ, ਭੋਲਾ ਜਿਹਾ ਮੂੰਹ ਬਣਾ ਕੇ ਉਹ ਬੋਲੀ, ਉਸ ਚੁੜੇਲ ਨੂੰ ਡਰ ਨਹੀਂ ਲੱਗਦਾ? ਪਤਾ ਨਹੀਂ ਕਾਹਦੀ ਬਣੀ ਹੋਈ ਏ ਉਹ। ਮੇਰਾ ਤਾਂ ਸਾਹ ਸੁੱਕ ਜਾਂਦਾ ਹੈ ਜਦੋਂ ਉਹਦਾ ਖਿਆਲ ਕਰਨੀ ਆ। ਤੇਰਾ ਖਿਆਲ ਗਲਤ ਨਹੀਂ ਪੁਸ਼ਪਾ, ਹੈ ਉਹ ਸੱਚਮੁੱਚ ਚੁੜੇਲ। ਉਸ ਨੂੰ ਫੜਨ ਦਾ ਦਾਈਆ ਕਰਨਾ ਸ਼ੇਰਨੀ ਦੇ ਮੂੰਹ ਵਿੱਚ ਹੱਥ ਪਾਉਣ ਨਾਲੋਂ ਘੱਟ ਨਹੀਂ। ਪਰ ਵਿੱਚੋਂ ਹੀ ਪੁਸ਼ਪਾ ਸਹਿਮ ਭਰੀ ਆਵਾਜ਼ ਬਣ ਕੇ ਬੋਲੀ, ਮੇਰੇ ਸਿਰ ਦੀ ਸਹੁੰ ਵੀਰਾ ਜੀ, ਮੇਰੀ ਖਾਤਰ ਹੀ ਤੁਸੀਂ ਉਸ ਨੂੰ ਫੜਨ ਦਾ ਖਿਆਲ ਛੱਡ ਦਿਓ। ਮੈਂ ਮਰ ਜਾਵਾਂਗੀ ਜੇ ਮੇਰੇ ਵੀਰਾ ਜੀ ਦਾ ਵਾਲ ਵੀ ਵਿੰਗਾ ਹੋ ਗਿਆ। ਤੇ ਉਹ ਪ੍ਰੀਤਮ ਸਿੰਘ ਦੇ ਨਾਲ ਲੱਗ ਗਈ। ਉਸ ਦੀ ਪਿੱਠ ਤੇ ਹੱਥ ਫੇਰਦਾ ਹੋਇਆ ਪ੍ਰੀਤਮ ਸਿੰਘ ਬੋਲਿਆ, ਤੂੰ ਬੜੀ ਡਰਾਕਲ ਏ ਪੁਸ਼ੀ, ਇਤਨੀ ਘਬਰਾਹਟ? ਉਹ ਭਾਰਤ ਪੁੱਤਰੀ ਵੀ ਤਾਂ ਤੇਰੇ ਹੀ ਵਰਗੀ ਪੰਜਾਬਣ ਹੈ, ਜਿਸ ਦੇ ਕਾਰਨਾਮਿਆਂ ਨੇ ਪੰਜਾਬ ਦੀ ਹਕੂਮਤ ਨੂੰ ਵਕਤ ਪਾ ਰੱਖਿਆ, ਤੇ ਇੱਧਰ ਤੇਰੇ ਵਰਗੀਆਂ ਬੁਜ਼ਦਿਲ ਕੁੜੀਆਂ ਨੇ ਜਿਹੜੀਆਂ ਉਸ ਦਾ ਨਾਂ ਸੁਣ ਕੇ ਕੰਮ ਉੱਠਦੀਆਂ ਨੇ। ਭਾਵੇਂ ਉਸ ਦੇ ਕੰਮਾਂ ਨੂੰ ਮੈਂ ਨਫ਼ਰਤ ਨਾਲ ਵੇਖਦਾ ਹਾਂ, ਪਰ ਉਹਦੀ ਦਲੇਰਾਨਾ ਸਪਿਰਿਟ ਨੂੰ ਮੈਂ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਬਹਾਦਰ ਉਹੀ ਹੈ ਜਿਹੜਾ ਦੁਸ਼ਮਣ ਦੀ ਬਹਾਦਰੀ ਦੀ ਦਾਤ ਦੇਵੇ। ਮੈਨੂੰ ਤੇ ਇਉਂ ਜਾਪਦਾ ਹੈ ਪੁਸ਼ਪਾ, ਜਿਵੇਂ ਝਾਂਸੀ ਦੀ ਰਾਣੀ ਨੇ ਐਤਕੀ ਪੰਜਾਬ ਵਿੱਚ ਆਨ ਜਨਮ ਲਿਆ ਹੈ। ਜੇ ਕਦੇ ਉਹ ਕਮਬਖਤ ਅਨਾਰਕਿਸਟਾਂ ਵਿੱਚ ਰਲ ਕੇ ਉਲਟੇ ਰਸਤੇ ਨਾ ਪੈ ਜਾਂਦੀ ਤਾਂ ਯਕੀਨਨ ਮੈਂ ਤੇਰੇ ਨਾਲੋਂ ਵੱਧ ਉਹਦੀ ਇੱਜ਼ਤ ਕਰਦਾ। ਝਾਂਸੀ ਦੀ ਰਾਣੀ ਉਹ ਨਾਂ ਸੀ ਜਿਸ ਨੂੰ ਪੁਸ਼ਪਾ ਨੇ ਇੱਕ ਵਾਰੀ ਪਹਿਲਾਂ ਵੀ ਕਿਸੇ ਦੇ ਮੂੰਹੋਂ ਸੁਣਿਆ ਸੀ। ਅੱਜ ਫੇਰ ਉਸੇ ਨਾਂ ਨੂੰ ਭਰਾ ਦੇ ਮੂੰਹੋਂ ਸੁਣ ਕੇ ਪੁਸ਼ਪਾ ਨੂੰ ਅਨੋਖਾ ਸਵਾਦ ਆਇਆ। ਉਹ ਬੋਲੀ, ਭਲਾ ਵੀਰਾ ਜੀ, ਜੇ ਤੁਸੀਂ ਉਹਨੂੰ ਗ੍ਰਿਫਤਾਰ ਕਰ ਲਓਗੇ ਤਾਂ ਕੀ ਕਰੋਗੇ? ਅਦਾਲਤ ਦੇ ਹਵਾਲੇ ਕਰਨ ਤੋਂ ਛੁੱਟ ਹੋਰ ਮੈਂ ਕੀ ਕਰ ਸਕਦਾ ਹਾਂ? ਤੇ ਜੇ ਉਹ ਆਪਣੇ ਕੰਮਾਂ ਤੋਂ ਬਾਜ਼ ਆ ਜਾਵੇ? ਇਹ ਗੱਲ ਤਾਂ ਪੁਸ਼ਪਾ ਮੇਰੇ ਦਿਲ ਵਿੱਚ ਆ ਹੀ ਨਹੀਂ ਸਕਦੀ। ਕਿਉਂ? ਇਸ ਲਈ ਕਿ ਉਹ ਬਾਜ਼ ਆਉਣ ਵਾਲੀ ਨਹੀਂ। ਭਲਾ ਜੇ ਆ ਹੀ ਜਾਵੇ ਤਾਂ ਮੈਂ ਉਹਨੂੰ ਨਾ ਸਿਰਫ ਛੱਡ ਹੀ ਦਿਆਂ, ਬਲਕਿ ਭੈਣ ਸਮਝ ਕੇ ਉਹਦੀ ਇੱਜ਼ਤ ਕਰਾਂ। ਪਰ ਕੀ ਤੁਸੀਂ ਡਿਊਟੀ ਦੀ ਹਾਲਤ ਵਿੱਚ ਐਸਾ ਕਰ ਵੀ ਸਕਦੇ ਹੋ? ਪ੍ਰੀਤਮ ਸਿੰਘ ਸੋਚੀ ਪੈ ਗਿਆ। ਸੱਚਮੁੱਚ ਉਹ ਐਸਾ ਨਹੀਂ ਸੀ ਕਰ ਸਕਦਾ। ਏਦਾਂ ਕਰਨ ਨਾਲ ਉਸਦੀ ਦਿਆਨਤਦਾਰੀ ਉੱਤੇ ਹਰਫ ਆਉਂਦਾ ਹੈ। ਉਹ ਠਹਿਰ ਕੇ ਬੋਲਿਆ, ਸਿਰਫ ਇੱਕੋ ਹਾਲਤ ਵਿੱਚ ਕਰ ਸਕਦਾ ਹਾਂ। ਕਿਸ ਹਾਲਤ ਵਿੱਚ? ਅਸਤੀਫਾ ਦੇ ਕੇ। ਤਾਂ ਇਸ ਦਾ ਇਹ ਮਤਲਬ ਹੋਇਆ ਕਿ ਜੇ ਭਾਰਤ ਪੁੱਤਰੀ ਆਪਣਾ ਕੰਮ ਛੱਡ ਦੇਵੇ ਤਾਂ ਤੁਹਾਨੂੰ ਵੀ ਆਪਣੀ ਨੌਕਰੀ ਛੱਡਣੀ ਪਵੇਗੀ। ਬੇਸ਼ੱਕ ਜੇ ਮੈਂ ਭਾਰਤ ਪੁੱਤਰੀ ਨੂੰ ਉਸਦੀਆਂ ਗਲਤ ਕਾਰੀਆਂ ਤੋਂ ਹਟਾ ਸਕਾਂ ਤਾਂ ਮੈਂ ਆਪਣੀ ਨੌਕਰੀ ਦਾ ਮਕਸਦ ਪੂਰਾ ਹੋਇਆ ਸਮਝ ਲਵਾਂਗਾ। ਪਰ ਪੁਸ਼ਪਾ, ਇਹ ਬਿਲਕੁਲ ਨਾਮੁਮਕਿਨ ਹੈ। ਭਾਰਤ ਪੁੱਤਰੀ ਕੀ ਤੇ ਉਸਦਾ ਕੰਮ ਛੱਡਣਾ ਕੀ? ਪੁਸ਼ਪਾ ਦੇ ਦਿਲ ਵਿੱਚ ਕਈ ਤਰ੍ਹਾਂ ਦੇ ਖਿਆਲ ਉੱਠੇ, ਪਰ ਦਿਲ ਦਾ ਸਭ ਕੁਝ ਦਿਲ ਵਿੱਚ ਹੀ ਰੱਖ ਕੇ ਬੋਲੀ, ਤੁਸੀਂ ਕਦ ਆਪਣੇ ਕੰਮ ਦਾ ਚਾਰਜ ਲੈ ਰਹੇ ਹੋ? ਪਰਸੋਂ ਦਾ ਹੀ, ਜਿਸ ਵੇਲੇ ਦਾ ਲਾਹੌਰ ਆਇਆ ਹਾਂ, ਚਾਰਜ ਲੈ ਲਿਆ ਹੈ। ਕੁਝ ਸੋਚ ਕੇ, ਪੁਸ਼ਪਾ, ਮੇਰੇ ਦਿੱਲੀ ਵਾਲੇ ਕੇਸ ਵਿੱਚ ਤੂੰ ਮੇਰੀ ਬੜੀ ਮਦਦ ਕੀਤੀ ਸੀ, ਤਾਂ ਜਾਣਾ ਜਿਸ ਮਾਮਲੇ ਵਿੱਚ ਵੀ ਕਰੇ। ਪੁਸ਼ਪਾ ਨੇ ਟਕੋਰ ਕੀਤੀ। ਠੀਕ ਹੈ ਵੀਰਾ ਜੀ, ਦਿੱਲੀ ਦੇ ਕੇਸ ਵਿੱਚ ਮਦਦ ਕਰਕੇ ਮੈਂ ਤੁਹਾਡੇ ਪਾਸੋਂ ਬਾਪੂ ਜੀ ਨੂੰ ਹੱਥਕੜੀਆਂ ਲਵਾਉਣ ਦਾ ਇਨਾਮ ਲਿਆ ਸੀ। ਹੁਣ ਜੇ ਇਸ ਕੰਮ ਵਿੱਚ ਮਦਦ ਕਰਾਂਗੀ ਤਾਂ ਖਬਰੇ ਮੈਨੂੰ ਹੀ ਲਵਾਉਣੀਆਂ ਪੈਣ। ਉਹ ਬੋਲਿਆ, ਪੁਸ਼ਪਾ, ਕੀ ਸੱਚਮੁੱਚ ਤੇਰੇ ਖਿਆਲ ਵਿੱਚ ਮੈਂ ਗੁਨਾਹ ਕੀਤਾ ਸੀ? ਹੋਰ ਕੋਈ ਭਾਵੇਂ ਮੇਰੇ ਇਸ ਕੰਮ ਨੂੰ ਗੁਨਾਹ ਪਿਆ ਸਮਝੇ, ਪਰ ਤੂੰ ਕਦੇ ਨਹੀਂ ਸਮਝ ਸਕਦੀ, ਇਹ ਮੇਰਾ ਯਕੀਨ ਹੈ। ਵੀਰਾ ਜੀ, ਤੁਹਾਡਾ ਦਿਲ ਹੀ ਜਾਣਦਾ ਹੈ, ਤੁਸੀਂ ਖੁਦ ਵੀ ਜਾਣਦੇ ਹੋ। ਪਰ ਮੈਂ ਤੇ ਇਨਾਮ ਦਾ ਜ਼ਿਕਰ ਕਰਨ ਲਈ ਇਹ ਗੱਲ ਕਹੀ ਸੀ। ਇਨਾਮ ਤਾਂ ਪੁਸ਼ਪਾ ਮੈਂ ਤੈਨੂੰ ਬੜਾ ਕੀਮਤੀ ਦਿੱਤਾ ਹੈ, ਪਰ ਤੂੰ ਮੇਰੇ ਨਾਮ ਦੀ ਕਦਰ ਨਹੀਂ ਕਰਦੀ। ਕੀ? ਸੁੰਦਰਦਾਸ। ਨਾ ਚਾਹੁੰਦਿਆਂ ਵੀ ਪ੍ਰਸੰਗ ਦੇ ਰੇੜੇ ਨੇ ਸੁੰਦਰਦਾਸ ਦਾ ਨਾਂ ਬਦੋਬਦੀ ਉਸਦੇ ਮੂੰਹੋਂ ਕਢਾ ਦਿੱਤਾ। ਦੂਜੇ ਪਾਸੇ ਪੁਸ਼ਪਾ ਭਾਵੇਂ ਪ੍ਰਣ ਦੀ ਬੰਨੀ ਹੋਈ ਹਜ਼ਾਰ ਕੋਸ਼ਿਸ਼ ਨਾਲ ਸੁੰਦਰਦਾਸ ਨੂੰ ਭੁਲਾਉਣਾ ਚਾਹੁੰਦੀ ਸੀ,
ਪਰ ਇਸ ਵੇਲੇ ਭਰਾ ਦੇ ਮੂੰਹੋਂ ਨਿਕਲਿਆ ਹੋਇਆ ਸੁੰਦਰ ਦਾਸ ਦਾ ਜ਼ਿਕਰ ਉਸਦੇ ਕੰਨਾਂ ਨੂੰ ਅੰਮ੍ਰਿਤ ਵਰਗਾ ਲੱਗਾ। ਪ੍ਰੀਤਮ ਸਿੰਘ ਦੇ ਮੂੰਹੋਂ ਇਸ ਸੰਬੰਧੀ ਵਿਸਤਾਰ ਨਾਲ ਸੁਣਨ ਲਈ ਉਸਦਾ ਦਿਲ ਤਰਲੇ ਲੈਣ ਲੱਗਾ। ਪ੍ਰੀਤਮ ਸਿੰਘ ਬੋਲਿਆ, ਮਾਲੂਮ ਹੁੰਦਾ ਹੈ ਐਤਕੀ ਤੂੰ ਮੇਰਾ ਇਤਬਾਰ ਨਹੀਂ ਕਰਦੀ, ਇਸੇ ਲਈ ਪਹਿਲਾਂ ਮਜ਼ਦੂਰੀ ਖਰੀ ਕਰਨੀ ਚਾਹੁੰਦੀ ਏ, ਪਰ ਉਦੋਂ ਵਧੀਆ ਇਨਾਮ ਤਾਂ ਸ਼ਾਇਦ ਮੈਨੂੰ ਕੋਈ ਲੱਭ ਹੀ ਨਾ ਸਕੇ। ਤਾਂ ਜਾਓ, ਮੈਂ ਤੁਹਾਡੀ ਕੋਈ ਮਦਦ ਨਹੀਂ ਕਰਾਂਗੀ। ਤੂੰ ਤੇ ਇਉਂ ਗੱਲਾਂ ਕਰਨੀ ਹੈ ਜਿਸ ਤਰ੍ਹਾਂ ਭਾਰਤ ਪੁੱਤਰੀ ਤੇਰੀ ਸਾਹੜੀ ਦੀ ਕੰਨੀ ਨਾਲ ਬੰਦੀ ਹੋਈ ਹੈ। ਪ੍ਰੀਤਮ ਸਿੰਘ ਦੇ ਭਾਣੇ ਇਹ ਗੱਲਾਂ ਨਿਰੋਲ ਹਾਸੇ ਤੇ ਦਿਲ ਪਰਚਾਵੇ ਦੀਆਂ ਸਨ, ਪਰ ਪੁਸ਼ਪਾ ਲਈ ਤਾਂ ਨਿਰਾ ਹਾਸਾ ਹੀ ਨਹੀਂ ਸੀ। ਉਹ ਨਾਲੋਂ ਨਾਲ ਗੰਭੀਰਤਾ ਨਾਲ ਕਿੰਨਾ ਹੀ ਕੁਝ ਸੋਚ ਜਾਂਦੀ ਸੀ। ਉਹ ਬੋਲੀ, ਜੇ ਮੇਰਾ ਮੰਗਿਆ ਇਨਾਮ ਦੇਣ ਦਾ ਇਕਰਾਰ ਕਰੋ। ਵਿੱਚੋਂ ਹੀ ਪ੍ਰੀਤਮ ਸਿੰਘ ਬੋਲਿਆ, ਮੈਂ ਸਮਝ ਗਿਆ, ਤੂੰ ਇਹੋ ਇਨਾਮ ਮੰਗੇਗੀ ਕਿ ਸੁੰਦਰ ਦਾਸ ਨਾਲ ਤੇਰਾ ਵਿਆਹ ਜਲਦੀ ਤੋਂ ਜਲਦੀ ਕੀਤਾ ਜਾਵੇ। ਕਿਉਂ, ਠੀਕ ਬੁੱਝਿਆ ਨਾ ਮੈਂ? ਤੁਸੀਂ ਤੇ ਵੀਰਾ ਜੀ ਛੇੜਖਾਨੀ ਕਰਦੇ ਹੋ, ਪੁਸ਼ਪਾ ਨੇ ਸ਼ਰਮਾਊ ਲਹਿਜੇ ਵਿੱਚ ਕਿਹਾ। ਕੀ ਤੂੰ ਇਹ ਨਹੀਂ ਚਾਹੁੰਦੀ? ਸੱਚ ਦੱਸ ਪੁਸ਼ਪਾ। ਨਹੀਂ, ਪੁਸ਼ਪਾ ਨੇ ਸਾਹਮਣੀ ਕੰਧ ਵੱਲ ਤੱਕ ਕੇ ਕਿਹਾ। ਉਹ ਤਸਵੀਰ ਪਤਾ ਜੇ ਕਿਸ ਮੁਸੱਵਰ ਦੀ ਬਣੀ ਹੋਈ ਏ? ਪ੍ਰੀਤਮ ਸਿੰਘ ਨੇ ਕੰਧ ਵੱਲ ਤੱਕਦਿਆਂ ਕਿਹਾ, ਰਵੀ ਵਰਮਾ ਦੀ। ਉਹ ਸਮਝ ਗਿਆ ਕਿ ਕੁਆਰੀਆਂ ਦੇ ਸੁਭਾਅ ਅਨੁਸਾਰ ਪੁਸ਼ਪਾ ਨੇ ਗੱਲ ਟਾਲਣ ਲਈ ਉਸਦਾ ਧਿਆਨ ਸਾਹਮਣੇ ਲੱਗੀ ਹੋਈ ਤਸਵੀਰ ਵੱਲ ਫੇਰਿਆ ਹੈ। ਪ੍ਰੀਤਮ ਸਿੰਘ ਦਾ ਦਿਲ ਪੁਕਾਰ ਉੱਠਿਆ, ਨਹੀਂ, ਸੁੰਦਰ ਦਾਸ ਨੂੰ ਮੈਂ ਇਤਨੀ ਜਲਦੀ ਛੱਡ ਨਹੀਂ ਸਕਦਾ। ਹੋ ਸਕਦਾ ਹੈ ਪੁਸ਼ਪਾ ਦੇ ਯਤਨਾਂ ਨਾਲ ਉਸਦਾ ਦਿਲ ਮਨੋਰਮਾ ਵੱਲੋਂ ਹਟ ਜਾਵੇ। ਉਹ ਪੁਸ਼ਪਾ ਲਈ ਹੀ ਬਣਾਇਆ ਗਿਆ ਹੈ, ਮਨੋਰਮਾ ਲਈ ਨਹੀਂ। ਕਿਉਂ ਨਾ ਉਸਨੂੰ ਇੱਥੇ ਸੱਦ ਲਿਆ ਜਾਵੇ। ਕੀ ਤੂੰ ਇਹੋ ਇਨਾਮ ਨਹੀਂ ਚਾਹੁੰਦੀ ਜਿਹੜਾ ਮੈਂ ਤੈਨੂੰ ਦੱਸਿਆ ਹੈ? ਪ੍ਰੀਤਮ ਨੇ ਫਿਰ ਪੁੱਛਿਆ। ਨਹੀਂ, ਪੁਸ਼ਪਾ ਨੇ ਜਵਾਬ ਦਿੱਤਾ। ਤੇ ਫਿਰ ਹੋਰ ਕੀ? ਇਦੋਂ ਬਹੁਤ ਵੱਡਾ। ਦੱਸ ਤੇ ਸਹੀ, ਪਹਿਲਾਂ ਇਕਰਾਰ ਕਰੋ। ਅੱਛਾ, ਦਿਆਂਗਾ। ਦੱਸ ਦਿਆਂ? ਦੱਸ। ਜੇ ਮੈਂ ਭਾਰਤ ਪੁੱਤਰੀ ਨੂੰ ਗ੍ਰਿਫਤਾਰ ਕਰਾਉਣ ਵਿੱਚ ਤੁਹਾਡੀ ਮਦਦ ਕੀਤੀ ਤਾਂ ਤੁਸੀਂ ਨੌਕਰੀ ਤੋਂ ਅਸਤੀਫਾ ਦੇ ਦਿਓਗੇ? ਪ੍ਰੀਤਮ ਸਿੰਘ ਕਹਿਕਾ ਮਾਰ ਕੇ ਹੱਸਦਾ ਹੋਇਆ ਬੋਲਿਆ, ਨਾ 9 ਮਣ ਤੇਲ ਹੋਵੇ ਨਾ ਰਾਧਾ ਨੱਚੇ। ਜੇ ਗੱਲ ਮੁਮਕਿਨ ਹੋ ਸਕਦੀ ਕਿ ਪੁਸ਼ਪਾ ਵਰਗੀ ਡਰਾਕਲ ਕੁੜੀ ਭਾਰਤ ਪੁੱਤਰੀ ਨੂੰ ਗ੍ਰਿਫਤਾਰ ਕਰਾਉਣ ਵਿੱਚ ਮੇਰੀ ਮਦਦ ਕਰੇਗੀ ਤਾਂ ਇਹ ਵੀ ਮੁਮਕਿਨ ਹੋ ਸਕਦਾ ਹੈ ਕਿ ਪ੍ਰੀਤਮ ਸਿੰਘ ਨੌਕਰੀ ਛੱਡ ਦੇਵੇ। ਅੱਛਾ, ਇਹ ਤੇ ਮੁੱਕੀ। ਹੁਣ ਦੱਸੋ ਆਪਣੀ ਗੱਲ। ਆਪਣੀ ਗੱਲ ਕਿਹੜੀ? ਟਾਲੋ ਨਾ ਵੀਰਾ ਜੀ, ਮੈਂ ਪੁੱਛ ਕੇ ਛੱਡਾਂਗੀ। ਤੁਹਾਡੇ ਦਿਲ ਵਿੱਚ ਜ਼ਰੂਰ ਕੁਝ ਹੈ। ਪ੍ਰੀਤਮ ਸਿੰਘ ਨੇ ਕਿਹਾ, ਕੁਝ ਨਹੀਂ ਤੇ ਕੁਝ ਵੀ ਨਹੀਂ ਤੇ ਬਹੁਤ ਕੁਝ ਵੀ। ਤੇ ਇਹ ਬਹੁਤ ਕੁਝ ਤੁਸੀਂ ਹੁਣ ਤੱਕ ਆਪਣੀ ਭੈਣ ਪਾਸੋਂ ਕਿਉਂ ਲੁਕਾਈ ਰੱਖਿਆ? ਪਹਿਲਾਂ ਇਸ ਗੱਲ ਦਾ ਜਵਾਬ ਦਿਓ। ਇਸ ਲਈ ਕਿ ਅਸਾਂ ਦੋਹਾਂ ਭੈਣ ਭਰਾਵਾਂ ਲਈ ਦੁਖਦਾਈ ਸਾਬਿਤ ਹੁੰਦਾ। ਮੇਰੇ ਲਈ ਕੁਝ ਵੀ ਦੁਖਦਾਈ ਨਹੀਂ ਹੋ ਸਕਦਾ, ਨਾ ਤੁਹਾਡੇ ਲਈ। ਅੱਛਾ, ਦੱਸੋ ਤੇ ਸਹੀ। ਪ੍ਰੀਤਮ ਸਿੰਘ ਨੇ ਮਨੋਰਮਾ ਬਾਬਤ ਆ ਤੋਂ ਅੰਤ ਦੀ ਕੁੱਲ ਵਾਰਤਾ ਉਹਨੂੰ ਸੁਣਾ ਦਿੱਤੀ ਤੇ ਦਿੱਲੀੋਂ ਤੁਰਨ ਲੱਗਿਆਂ ਜਿਸ ਤਰ੍ਹਾਂ ਉਸਨੇ ਮਨੋਰਮਾ ਨੂੰ ਸੁੰਦਰ ਦਾਸ ਨਾਲ ਬੈਠੇ ਵੇਖਿਆ ਸੀ, ਉਸ ਦਾ ਹਾਲ ਵੀ ਦੱਸ ਦਿੱਤਾ। ਸੁਣ ਕੇ ਪੁਸ਼ਪਾ ਨੂੰ ਕੋਈ ਹੈਰਾਨੀ ਨਹੀਂ ਹੋਈ। ਉਹ ਬੋਲੀ, ਵੀਰਾ ਜੀ, ਤੁਸੀਂ ਹਜੇ ਤੀਕ ਸੁੰਦਰ ਦਾਸ ਜੀ ਨੂੰ ਸਮਝ ਹੀ ਨਹੀਂ ਸਕੇ। ਸੁੰਦਰ ਦਾਸ ਹੋਰਾਂ ਦੀ ਤੁਸਾਂ ਸਿਰਫ ਸ਼ਕਲ ਦੇਖੀ ਹੈ, ਉਹਨਾਂ ਦੀ ਆਤਮਾ ਨੂੰ ਤੁਸਾਂ ਨਹੀਂ ਦੇਖਿਆ। ਮੈਂ ਪੁਸ਼ਪਾ ਉਸ ਦੀ ਆਤਮਾ ਦਾ ਥੋੜਾ ਜਿਹਾ ਭਾਗ ਉਦਣ ਹਸਪਤਾਲ ਵਿੱਚ ਵੇਖਿਆ ਸੀ ਜਦੋਂ ਉਸਨੇ ਸਾਦਿਕ ਦਾ ਗੁਨਾਹ ਬਖਸ਼ਿਆ ਸੀ। ਪਰ ਜੇ ਤੁਸਾਂ ਕਦੇ ਉਹਨਾਂ ਦੀ ਪੂਰੀ ਆਤਮਾ ਵੇਖੀ ਹੁੰਦੀ ਤਾਂ ਤੁਹਾਡੇ ਦਿਲ ਵਿੱਚ ਕਿਸੇ ਵੀ ਸ਼ੱਕ ਦੀ ਗੁੰਜਾਇਸ਼ ਨਾ ਰਹਿੰਦੀ। ਪੁਸ਼ਪਾ ਨੇ ਗੱਲਾਂ ਇੰਨੀ ਦ੍ਰਿੜਤਾ ਨਾਲ ਕਹੀਆਂ ਕਿ ਪੁਲਸੀਏ ਪ੍ਰੀਤਮ ਸਿੰਘ ਦਾ ਸ਼ੱਕੀ ਦਿਲ ਵੀ ਇਸ ਦੇ ਅਸਰ ਤੋਂ ਬਚ ਨਾ ਸਕਿਆ। ਉਹ ਬੋਲਿਆ, ਰੱਬ ਕਰੇ ਤੇਰਾ ਖਿਆਲ ਸੱਚਾ ਨਿਕਲੇ ਪੁਸ਼ਪਾ। ਵੀਰਾ ਜੀ, ਮੇਰਾ ਖਿਆਲ ਕਦੇ ਗਲਤ ਨਹੀਂ ਹੋ ਸਕਦਾ। ਮੈਂ ਸੁੰਦਰ ਦਾਸ ਹੋਰਾਂ ਦੀ ਹਾਮੀ ਭਰਨ ਲਈ ਤਪਦੇ ਕੜਾਈ ਵਿੱਚ ਹੱਥ ਪਾ ਸਕਦੀ ਹਾਂ। ਪ੍ਰੀਤਮ ਸਿੰਘ ਖਾਮੋਸ਼ ਹੋ ਗਿਆ। ਤੁਸੀਂ ਉਹਨਾਂ ਨੂੰ ਇੱਥੇ ਸੱਦੋ ਵੀਰ ਜੀ। ਆਪਣੇ ਦਿਲ ਨਾਲ ਕੋਈ ਸੁਲਝਵਾਂ ਫੈਸਲਾ ਕਰਕੇ ਪੁਸ਼ਪਾ ਨੇ ਇਹ ਗੱਲ ਬੜੀ ਗੰਭੀਰਤਾ ਵਿੱਚ ਕਹੀ। ਚੰਗਾ, ਮੈਂ ਸੱਦਾਂਗਾ, ਮੇਰੀ ਇਹੋ ਮਰਜ਼ੀ ਹੈ। ਧੰਨਵਾਦ।